ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ, ਗੁਰਦੀਪ ਸਿੰਘ ਪਿੰਡ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਤੇ ਸੁਖਮੰਦਰ ਸਿੰਘ ਪਿੰਡ ਕਮੇਟੀ ਮੈਂਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦਾ ਇੱਥੇ ਪਹੁੰਚਣ ਦੇ ਸਾਰਿਆਂ ਦਾ ਅਸੀਂ ਜੀ ਆਇਆਂ ਕਰਦੇ ਹਾਂ। ਤੇ ਜਗਰੂਪ ਸਿੰਘ ਸੂਬਾ ਜਿਹੜਾ 1 ਸਾਲ ਲਈ ਕਿਸਾਨੀ ਸੰਘਰਸ਼ ਤੇ ਧਰਨੇ ਤੇ ਮੌਜੂਦ ਰਿਹਾ, ਅਸੀਂ ਉਹਦਾ ਵੀ ਇੱਥੇ ਆਏ ਤੇ ਜੀ ਆਇਆਂ ਕਰਦੇ ਹਾਂ। ਦੇਵ ਸਿੰਘ ਰਾਮਿਆਣਾ ਤੇ ਜਗਮੀਤ ਸਿੰਘ ਪਿੰਡ ਇਕਾਈ ਪ੍ਰਧਾਨ, ਜਸਵਿੰਦਰ ਸਿੰਘ ਫੌਜੀ, ਉਹਨਾਂ ਦਾ ਵੀ ਇੱਥੇ ਜੀ ਆਇਆਂ ਕਰਦੇ ਹਾਂ। ਜਿਹੜੇ ਪਿੰਡ ਦੇ ਬੱਚਿਆਂ ਨੂੰ ਫੌਜ ਦੀ ਤਿਆਰੀ ਕਰਵਾਉਂਦੇ ਆ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਦੇ ਉੱਪਰ। ਤੇ ਦਾਨ ਸਿੰਘ ਵਾਲਾ ਤੋਂ ਇੱਕ ਸਾਡੀ ਜਿਹੜੀ ਸੋਸ਼ਲ ਮੀਡੀਆ ਦੀ ਕਵਰੇਜ ਕਰਨ ਲਈ ਇੱਕ ਮੰਡਲੀ ਪਹੁੰਚੀ ਹੈ, ਉਹਨਾਂ 'ਚ ਸੁਖਮੰਦਰ ਸਿੰਘ ਹੈੱਡ ਗ੍ਰੰਥੀ ਦਾਨ ਸਿੰਘ ਵਾਲਾ ਤੇ ਸੁਖਜਿੰਦਰ ਸਿੰਘ, ਜਿਨ੍ਹਾਂ ਦਾ YouTube ਚੈਨਲ ਹੈ ਬਾਬਾ ਦਾਨ ਸਿੰਘ, ਜਿਹੜਾ ਕਿ ਸਾਡੇ ਪ੍ਰੋਗਰਾਮ ਦੀ ਕਵਰੇਜ ਕਰੇਗਾ ਤੇ ਤੁਹਾਨੂੰ ਉਹਦਾ ਲਿੰਕ ਵੀ ਅਸੀਂ ਭੇਜਾਂਗੇ। ਉਹਨਾਂ ਦਾ ਵੀ ਇੱਥੇ ਆਉਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੀ ਆਇਆਂ ਆਖਦੇ ਹਾਂ। ਤੇ ਸਾਡੇ ਸਾਹਮਣੇ ਹਜੇ ਪਹੁੰਚੇ ਨਹੀਂ ਜਿਹੜੇ ਸਾਡੇ ਮੁੱਖ ਬੁਲਾਰਾ ਜੀ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹਾਂਗੇ। ਜਿੰਦਰ ਸਿੰਘ ਦੀਪ ਸਿੰਘ ਵਾਲਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਤੇ ਮੰਗਾ ਆਜ਼ਾਦ ਸੂਬਾ ਜਨਰਲ ਸਕੱਤਰ ਨੌਜਵਾਨ ਭਾਰਤ ਸਭਾ, ਜਿਨ੍ਹਾਂ ਦੀ ਬਦੌਲਤ ਅਸੀਂ ਇਸ ਪਿੰਡ ਦੇ ਵਿੱਚ ਨੌਜਵਾਨ ਭਾਰਤ ਸਭਾ ਦੇ ਮੈਂਬਰ ਬਣਿਆ ਤੇ ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਕਰਾਉਣ ਲਈ ਅਸੀਂ ਇੱਕ ਲਹਿਰ ਕਾਇਮ ਕੀਤੀ ਹੈ ਤੇ ਉਸ ਲਹਿਰ ਦੇ ਥਰੂ ਅੱਜ ਉਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜੋ ਚੇਤਨਤਾ ਦਾ, ਉਹ ਇਹਨਾਂ ਦਾ ਹੀ ਅਸੀਂ ਕਹਿ ਲਈਏ ਵੀ ਇੱਕ ਤਰ੍ਹਾਂ ਦੀ ਇਹਨਾਂ ਦੀ ਮਿਹਰਬਾਨੀ ਜਾਂ ਕਾਬਲੀਅਤ ਹੈ ਜਿਨ੍ਹਾਂ ਨੇ ਪਿੰਡ ਵਿੱਚ ਆ ਕੇ ਇਕਾਈ ਕਾਇਮ ਕੀਤੀ, ਉਹਨਾਂ ਦੇ ਵਿੱਚ ਇੱਥੇ ਵਿਸ਼ੇਸ਼ ਥੈਂਕਸ ਕਰਦੇ ਹਾਂ। ਤੇ ਸਾਡੇ ਪਿੰਡ ਦੀ ਨਸ਼ਾ ਛੁਡਾਊ ਕਮੇਟੀ, ਐਂਟੀ ਡਰੱਗ ਕਮੇਟੀ ਦਾ ਵੀ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਇੱਥੇ ਪਹੁੰਚੇ ਤੇ ਉਹਨਾਂ ਦੇ ਮੈਂਬਰਾਂ ਦਾ। ਤੇ ਪੀਪਲ ਆਰਟ ਪਟਿਆਲਾ ਜਿਹੜੇ ਸਾਡੇ ਦਰਮਿਆਨ ਨਾਟਕ ਮੰਡਲੀ ਪਹੁੰਚੀ ਹੋਈ ਹੈ, ਜੋ ਛਿਪਣ ਤੋਂ ਪਹਿਲਾਂ ਇੱਕ ਨਾਟਕ ਖੇਡਿਆ ਜਾਵੇਗਾ ਇੱਥੇ, ਉਸ ਮੰਡਲੀ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਦੇ ਪ੍ਰਧਾਨ ਸਤਪਾਲ ਬੰਗਾ ਜੀ ਦਾ ਇੱਥੇ ਪਹੁੰਚਣ ਦੇ ਜੀ ਆਇਆਂ ਕਰਦੇ ਹਾਂ। ਤੇ ਸਾਰੇ ਨਗਰ ਨਿਵਾਸੀਆਂ ਦਾ, ਜਿਹੜੇ ਇਸ ਵੇਲੇ ਇੱਥੇ ਸਾਡੀਆਂ ਮਾਤਾਵਾਂ ਭੈਣਾਂ ਤੇ ਸਾਡੇ ਬਜ਼ੁਰਗ ਬਹੁਤ ਸੀਨੀਅਰ ਜਿਹੜੇ ਵੀ ਸਾਡੇ ਆਗੂ ਇੱਥੇ ਪਹੁੰਚੇ ਹੋਏ ਨੇ, ਉਹਨਾਂ ਦਾ ਸਾਰਿਆਂ ਦੇ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜਿਹੜਿਆਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਪਹੁੰਚਣ ਦੇ, ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਅਸੀਂ ਜਿਹੜਾ ਇਹ ਪ੍ਰੋਗਰਾਮ ਹੈ ਉਹ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ। 23 ਮਾਰਚ ਦਾ ਜਿਹੜਾ ਦਿਹਾੜਾ ਉਹ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੈ ਜੋ ਇਸ ਦਿਨ ਤੇ ਸ਼ਹੀਦ ਹੋਏ ਨੇ, ਉਹਨਾਂ ਦੀ ਲਸਾਨੀ ਕੁਰਬਾਨੀ ਨੂੰ ਦੇਖਦੇ ਹੋਏ ਅੱਜ ਅਸੀਂ ਨੌਜਵਾਨਾਂ ਵਿੱਚ ਚੇਤਨਤਾ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਜਿਹੜੇ ਉਹ ਵਿੱਢ ਰਹੇ ਆ ਤੇ ਕਰ ਰਹੇ ਆ, ਜਿਸ ਦੇ ਕਾਰਨ ਨੌਜਵਾਨਾਂ ਵਿੱਚ ਚੇਤਨਤਾ ਵਧੇਗੀ। ਤੇ ਜਿੰਨੇ ਵੀ ਆਗੂ ਇੱਥੇ ਪਹੁੰਚੇ ਨੇ, ਚਾਹੇ ਉਹ ਕਿਸਾਨ ਜਥੇਬੰਦੀਆਂ ਦੇ ਹੋਣ, ਚਾਹੇ ਉਹ ਵਿਦਿਆਰਥੀ ਜਥੇਬੰਦੀਆਂ ਦੇ ਹੋਣ, ਚਾਹੇ ਉਹ ਕੋਈ ਮੀਡੀਆ ਚੈਨਲ ਕਵਰੇਜ ਕਰ ਰਿਹਾ, ਅਸੀਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਮੈਂ ਅੱਜ ਇਸ ਸ਼ੁਭ ਦਿਹਾੜੇ ਦੇ ਆਪਣੇ ਸਾਥੀ ਬਲਤੇਜ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ ਉੱਪਰ ਆ ਕੇ ਆਪਣੀ ਕਵਿਤਾ ਪੇਸ਼ ਕਰਨ। ਸਾਥੀ ਬਲਤੇਜ ਆਜ਼ਾਦ ਕਿਸੇ ਦੀਆਂ ਚੱਕਾਂ ਦੇ ਵਿੱਚ ਆ ਕੇ ਜੋ ਵੀ ਕੰਮ ਕਰਦੇ ਨੇ ਉਹ ਲੋਕਾਂ ਨੂੰ ਸਮਝਾਉਣ ਵਾਸਤੇ ਜੋ ਸਾਡਾ ਅੱਜ ਦਾ ਪ੍ਰੋਗਰਾਮ ਹੈ, ਤੋਂ ਇਸ ਸੰਬੰਧ ਵਿੱਚ ਜਿਹੜੀ ਕਵਿਤਾ ਬੋਲੀ ਜਾਏਗੀ ਉਹ ਬਲਤੇਜ ਸਿੰਘ ਆਜ਼ਾਦ ਬੋਲਣਗੇ ਤੇ ਤੁਸੀਂ ਉਹਨਾਂ ਨੂੰ ਧਿਆਨ ਨਾਲ ਸੁਣਨਾ ਜੀ। ਸਭ ਤੋਂ ਪਹਿਲਾਂ ਮੇਰੇ ਪਿੰਡ ਵਾਸੀਆਂ ਦਾ ਸਾਡੇ ਸੱਦੇ ਤੇ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੇਰੀਆਂ ਮਾਤਾਵਾਂ, ਬੱਚੇ, ਬਜ਼ੁਰਗ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਸਾਰਿਆਂ ਨੂੰ ਜੀ ਆਇਆਂ। ਸੋ ਮੇਰੀ ਕਵਿਤਾ ਅੱਜ ਦੇ ਵਿਸ਼ੇ ਤੇ ਹੈ ਜੋ ਅੱਜ ਦੇ ਸਮਾਜ 'ਚ ਚੱਲ ਰਿਹਾ ਹੈ, ਤਾਂ ਉਸ 'ਤੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਆਪਣੇ ਕਵਿਤਾ ਦੇ ਦਰਮਿਆਨ। ਕਵਿਤਾ ਦਾ ਨਾਮ ਹੈ ਜੀ ਬੁੱਢੜ ਲੋਕ। ਉਹ ਲੋਕ ਜਿਹੜੇ ਸਾਰੀ ਉਮਰ ਸਮਝ ਨਹੀਂ ਪਾਉਂਦੇ ਕਿ ਸਾਡੇ ਦਰਮਿਆਨ ਚੱਲ ਕੀ ਰਿਹਾ। ਸਾਨੂੰ ਲੋਕ ਜੋ ਸਾਡੇ ਵਿੱਚ ਵੜੇ ਹੋਏ ਨੇ, ਜਾਂ ਮੰਨ ਲਓ ਕਹਿਣਗੇ ਆਪਾਂ ਵੀ, ਉਹ ਸਾਨੂੰ ਆਪਣੇ ਮਗਰ ਲਾ ਕੇ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਨੇ। ਸਾਡੇ ਤੱਕ ਸਹੀ ਸਿੱਖਿਆ ਨਹੀਂ ਪਹੁੰਚ ਪਾਉਂਦੀ, ਸਾਡੇ ਤੱਕ ਸਹੀ ਮੁੱਦੇ ਨਹੀਂ ਪਹੁੰਚ ਪਾਉਂਦੇ, ਸਾਡੇ ਤੱਕ ਸਹੀ ਜਾਣਕਾਰੀ ਨਹੀਂ ਪਹੁੰਚ ਪਾਉਂਦੀ, ਤਾਂ ਉਹ ਲੋਕ ਬੁੱਢੜੀ ਰਹਿ ਜਾਂਦੇ ਨੇ। ਤਾਂ ਉਹਨਾਂ ਵਾਸਤੇ ਮੈਂ ਕੁਝ ਲਾਈਨਾਂ ਲਿਖੀਆਂ ਨੇ, ਸੋ ਮੈਂ ਤੁਹਾਡੇ ਦਰਮਿਆਨ ਪੇਸ਼ ਕਰਦਾ। ਮਸਲੇ ਮੜਕਦੇ ਰਹਿਣਗੇ, ਲੋਕ ਭੜਕਦੇ ਰਹਿਣਗੇ,
ਮਸਲੇ ਮੜਕਦੇ ਰਹਿਣਗੇ, ਲੋਕ ਭੜਕਦੇ ਰਹਿਣਗੇ, ਮੁੱਦੇ ਬਣਦੇ ਰਹਿਣਗੇ, ਇਨਸਾਨ ਝਗੜਦੇ ਰਹਿਣਗੇ। ਮਸਲੇ ਮੜਕਦੇ ਰਹਿਣਗੇ, ਲੋਕ ਭੜਕਦੇ ਰਹਿਣਗੇ, ਮੁੱਦੇ ਬਣਦੇ ਰਹਿਣਗੇ, ਇਨਸਾਨ ਝਗੜਦੇ ਰਹਿਣਗੇ। ਧਰਮ ਦੇ ਨਾਂ ਤੇ ਲੋਕ ਲੁੱਟੇ ਜਾਣਗੇ, ਧਰਮ ਦੇ ਨਾਂ ਤੇ ਲੋਕ ਲੁੱਟੇ ਜਾਣਗੇ, ਜਾਤ ਦੇ ਨਾਂ ਤੇ ਲੋਕ ਕੁੱਟੇ ਜਾਣਗੇ। ਜਦੋਂ ਰੋਟੀ ਤੇ ਧਰਮ ਭਾਰਾ ਪੈ ਜੇ ਫਿਰ ਗਰੀਬ ਥੱਲੇ ਸੁੱਟੇ ਜਾਣਗੇ। ਗੱਲ ਗੱਲ ਤੇ ਕੁਰਬਾਨੀ ਮੰਗਣਗੇ, ਗੱਲ ਗੱਲ ਤੇ ਕੁਰਬਾਨੀ ਮੰਗਣਗੇ, ਸਾਡੇ ਹੱਕਾਂ ਨੂੰ ਸੂਲੀ ਤੇ ਟੰਗਣਗੇ। ਗੱਲ ਗੱਲ ਤੇ ਕੁਰਬਾਨੀ ਮੰਗਣਗੇ, ਸਾਡੇ ਹੱਕਾਂ ਨੂੰ ਸੂਲੀ ਤੇ ਟੰਗਣਗੇ। ਕਿਉਂਕਿ ਲੋਕ ਸੁੱਤੇ ਹੀ ਰਹਿਣਗੇ, ਬੁੱਝੜ ਉੱਤੇ ਹੀ ਰਹਿਣਗੇ। ਕਿਉਂਕਿ ਲੋਕ ਸੁੱਤੇ ਹੀ ਰਹਿਣਗੇ, ਬੁੱਝੜ ਉੱਤੇ ਹੀ ਰਹਿਣਗੇ। ਲੋਕ ਮੋਬਾਈਲਾਂ ਤੋਂ ਸਿੱਖਣਗੇ, ਲੋਕ ਮੋਬਾਈਲਾਂ ਤੋਂ ਸਿੱਖਣਗੇ, ਕਿਤਾਬਾਂ ਨੂੰ ਪਾਸੇ ਸਿੱਟਣਗੇ। ਤਾਕਤ ਫਿਰ ਉਹੀ ਗੱਲ ਆ ਗਈ ਜੀ, ਜਿਹੜੇ ਆਪਣੇ ਲੋਕ ਮੂਹਰੇ ਲੱਗ ਜਾਂਦੇ ਆ ਵੀ ਤਾਕਤ ਲੰਡਾ ਬੰਦਾ ਨਹੀਂ ਮੱਲੂਗਾ ਤੇ ਸਿੱਖ ਧਰਮ ਮੋਬਾਈਲਾਂ ਤੋਂ ਚੱਲੂਗਾ। ਤਾਕਤ ਲੰਡਾ ਬੰਦਾ ਹੀ ਮੱਲੂਗਾ, ਸਿੱਖ ਧਰਮ ਮੋਬਾਈਲਾਂ ਤੋਂ ਚੱਲੂਗਾ। ਸ਼ਹੀਦ ਬਾਨਾ ਆਮ ਹੋਊਗਾ, ਸ਼ਹੀਦ ਬਾਨਾ ਆਮ ਹੋਊਗਾ, ਭਗਤ ਸਿੰਘ ਬਦਨਾਮ ਹੋਊਗਾ। ਉਦੋਂ ਤੱਕ ਸਾਮਰਾਜਵਾਦ ਧੱਕੇ ਕਰਦਾ ਰਹੇਗਾ ਤੇ ਕਿਰਤੀ ਸਮਾਜ ਮਰਦਾ ਰਹੇਗਾ। ਧੰਨਵਾਦ ਜੀ, ਬਹੁਤ ਬਹੁਤ। ਬਹੁਤ ਬਹੁਤ ਧੰਨਵਾਦ ਬਾਈ ਤੇਜ ਆਜ਼ਾਦ ਜੀ ਦਾ, ਜਿਨ੍ਹਾਂ ਨੇ ਇਹ ਕਵਿਤਾ ਬੋਲ ਕੇ ਅੱਜ ਦੇ ਜਿਹੜੇ ਸਮਾਜ ਦੇ ਵਿੱਚ ਪ੍ਰਚਲਿਤ ਕੁਰੀਤੀਆਂ ਬਾਰੇ ਸਾਨੂੰ ਦੱਸਿਆ ਵੀ ਕਿ ਇਸ ਤਰ੍ਹਾਂ ਜੋ ਪਾਰਟੀ ਸਿਸਟਮ ਹੁੰਦਾ ਹੈ ਜਾਂ ਜਿਹੜਾ ਸਾਡਾ ਧਰਮ ਹੈ ਉਹ ਲੋਕਾਂ ਦੇ ਕਿਸ ਤਰ੍ਹਾਂ ਭਾਰੂ ਪੈ ਰਿਹਾ ਹੈ, ਔਰ ਧਰਮ ਦੇ ਨਾਂ ਦੇ ਉੱਪਰ ਲੋਕਾਂ ਤੋਂ ਕੀ ਕੀ ਕਰਵਾਇਆ ਜਾ ਰਿਹਾ ਹੈ, ਜਾਂ ਜੋ ਪਾਰਟੀਆਂ ਦੇ ਨੇਤਾ ਹੁੰਦੇ ਨੇ ਉਹ ਕਿਹੜੇ ਢੰਗ ਨਾਲ ਕੀ ਕੀ ਕਰਵਾਉਂਦੇ ਨੇ, ਤੇ ਜੋ ਸ਼ਹੀਦੀਆਂ ਪਾਉਂਦੇ ਨੇ ਉਹਨਾਂ ਬਾਰੇ ਅੱਜ ਦੇ ਲੋਕ ਬਹੁਤ ਘੱਟ ਜਾਣਦੇ ਨੇ। ਸਾਡੇ ਮੁੱਖ ਬੁਲਾਰੇ ਨੇ ਜਿਹੜੇ ਉਹ ਮੰਗਾ ਆਜ਼ਾਦ ਜੀ ਹੈ, ਜੋ ਸਾਡੇ ਭਾਰਤ ਨੌਜਵਾਨ ਸਭਾ ਦੇ ਜਨਰਲ ਸਕੱਤਰ ਨੇ। ਭਾਰਤ ਨੌਜਵਾਨ ਸਭਾ ਜਿਹੜੀ ਸਾਡੇ ਪਿੰਡ ਦੇ ਵਿੱਚ ਇਹ ਇਕਾਈ ਆਈ ਹੈ, ਉਹ ਮੰਗਾ ਆਜ਼ਾਦ ਜੀ ਦੀ ਬਦੌਲਤ ਆਈ ਹੈ ਤੇ ਨੌਜਵਾਨਾਂ ਨੂੰ ਚੇਤਨ ਕਰਕੇ ਇੱਕ ਥਾਂ ਤੇ ਇਕੱਠਾ ਕੀਤਾ ਔਰ ਭਗਤ ਸਿੰਘ ਦੀ ਸਭਾ ਚਲਾਈ ਹੋਈ ਸਭਾ ਬਾਰੇ ਸਾਨੂੰ ਜੋ ਜਾਣਕਾਰੀ ਇਹਨਾਂ ਤੋਂ ਮਿਲੀ ਔਰ ਇਕੱਠੇ ਹੋਏ। ਔਰ ਇਹ ਪਿੰਡ ਦੇ ਵਿੱਚ ਅੱਜ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਇਹ ਨੌਜਵਾਨ ਭਾਰਤ ਸਭਾ ਕੋਟਲੀ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਸਾਨੂੰ ਚੇਟਕ ਉਹ ਮੰਗਾ ਆਜ਼ਾਦ ਜੀ ਵੱਲੋਂ ਲਗਾਈ ਗਈ ਸੀ ਤੇ ਅਸੀਂ ਇਕੱਠੇ ਹੋ ਕੇ ਇਸ ਪਿੰਡ ਦੇ ਵਿੱਚ ਇਹੀ ਪ੍ਰੋਗਰਾਮ ਜਿਹੜਾ ਕਰਵਾਉਣ ਜਾ ਰਹੇ ਹਾਂ ਤੇ ਉਹ ਇਹਨਾਂ ਦੀ ਹੀ ਸਾਰੀ ਬਦੌਲਤ ਹੈ। ਤੇ ਅੱਜ ਅਸੀਂ ਮੰਗਾ ਆਜ਼ਾਦ ਨੂੰ ਸੱਦਾ ਦੇਣ ਜਾ ਰਹੇ ਨੇ ਸੂਬਾ ਜਿਹੜੇ ਜਨਰਲ ਸਕੱਤਰ ਮੰਗਾ ਆਜ਼ਾਦ ਨੌਜਵਾਨ ਭਾਰਤ ਸਭਾ ਜੀ। ਬਹੁਤ ਹੀ ਸਤਿਕਾਰਯੋਗ ਬਜ਼ੁਰਗੋ, ਮਾਤਾਓ, ਭੈਣੋ, ਨੌਜਵਾਨ ਵੀਰੋ ਤੇ ਪਿਆਰੇ ਬੱਚਿਓ, ਅੱਜ 23 ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਮਹਾਨ ਕ੍ਰਾਂਤੀਕਾਰੀਆਂ ਦਾ ਸ਼ਹੀਦੀ ਦਿਨ ਆ ਤੇ ਅੱਜ ਦੇ ਦਿਨ ਪਿੰਡ ਕੋਟਲੀ ਅਬਲੂ ਵਿਖੇ ਤੁਸੀਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਵੱਡਾ ਸਮਾਗਮ ਰੱਖਿਆ। ਪਹਿਲਾਂ ਤਾਂ ਤੁਹਾਨੂੰ ਸਭ ਨੂੰ ਵਧਾਈ ਦਿੰਦੇ ਆ ਕਿ ਇਹ ਪ੍ਰੋਗਰਾਮ ਜੇ ਸੰਭਵ ਹੋ ਸਕਿਆ ਤਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਹੋ ਰਿਹਾ। ਉਹਦੇ 'ਚ ਜਿੰਨੀਆਂ ਵੀ ਜਥੇਬੰਦੀਆਂ, ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ, ਪਿੰਡ ਦੇ ਨਗਰ ਨਿਵਾਸੀਆਂ ਦਾ, ਧਾਰਮਿਕ ਸੰਸਥਾਵਾਂ ਦਾ, ਜਿਨ੍ਹਾਂ ਨੇ ਵੀ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਯੋਗਦਾਨ ਪਾਇਆ, ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨੌਜਵਾਨ ਭਾਰਤ ਸਭਾ ਵੱਲੋਂ। ਮੈਂ ਸਿਰਫ 5 ਮਿੰਟ ਗੱਲ ਕਰਨੀ ਹੈ ਤੁਹਾਡੇ ਨਾਲ। ਇੱਕ ਤਾਂ ਮੈਂ ਦੱਸਣਾ ਕਿ ਨੌਜਵਾਨ ਭਾਰਤ ਸਭਾ ਸੰਸਥਾ ਕੀ ਆ, ਕਿਹਨੇ ਬਣਾਈ ਤੇ ਕੀ ਕੰਮ ਕਰਦੀ ਹੈ। ਦੂਸਰਾ, ਭਗਤ ਸਿੰਘ ਦਾ ਦਿਨ ਅਸੀਂ ਕਿਉਂ ਮਨਾ ਰਹੇ ਹਾਂ। 23 ਮਾਰਚ ਨੂੰ ਬਹੁਤ ਸਾਰੇ ਲੋਕ ਜੰਮੇ ਹੋਣਗੇ, ਬਹੁਤ ਸਾਰੇ ਲੋਕ ਮਰੇ ਹੋਣਗੇ, ਤੇ ਅਸੀਂ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਕਿਉਂ ਯਾਦ ਕਰਦੇ ਹਾਂ, ਸਾਨੂੰ ਕਿਉਂ ਯਾਦ ਕਰਨਾ ਚਾਹੀਦਾ। ਇਹਨਾਂ ਦੋ ਗੱਲਾਂ ਤੇ ਫੋਕਸ ਕਰਕੇ ਮੈਂ ਆਪਦੀ ਗੱਲ ਰੱਖੂੰਗਾ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੰਗਰੇਜ਼ 1757 ਈਸਵੀ ਨਵਾਬ ਸਿਰਾਜੂਦੌਲਾ ਨੂੰ ਹਰਾ ਕੇ ਜਿਹੜੀ ਇੱਕ ਈਸਟ ਇੰਡੀਆ ਨਾਂ ਦੀ ਕੰਪਨੀ ਉਹ ਹਿੰਦੁਸਤਾਨ ਦੇ ਵਿੱਚ ਲੈ ਕੇ ਆਏ ਤੇ ਉਸ ਤੋਂ ਬਾਅਦ ਉਹਨਾਂ ਨੇ ਪੱਕਾ ਸ਼ਾਸਨ ਕਰਨਾ ਸ਼ੁਰੂ ਕੀਤਾ। 200 ਸਾਲ ਹਿੰਦੁਸਤਾਨ ਨੂੰ ਲੁੱਟਿਆ ਪੁੱਟਿਆ, ਇੱਥੋਂ ਦੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਇੱਥੋਂ ਦੇ
ਮਿਹਨਤਕਸ਼ ਲੋਕਾਂ ਨੂੰ ਲੁੱਟ ਕੇ ਕੱਚੇ ਜਿਹੜੇ ਸਰੋਤ ਸੀਗੇ ਉਹ ਲੁੱਟ ਕੇ ਇੰਗਲੈਂਡ ਲੈ ਗਏ। ਉਹਨਾਂ ਦਿਨਾਂ ਦੇ ਵਿੱਚ 25 ਵਾਰੀ ਅਕਾਲ ਪੈਂਦੇ ਹਿੰਦੁਸਤਾਨ 'ਚ। ਜਿਹੜੇ ਸਾਡੇ ਸਤਿਕਾਰਯੋਗ ਪੁਰਾਣੇ ਬਜ਼ੁਰਗ ਆ ਉਹਨਾਂ ਨੇ ਗੱਲਾਂ ਸੁਣੀਆਂ, ਜਿਹੜੇ ਕਹਿੰਦੇ ਕਿ ਅਸੀਂ ਭਖੜੇ ਖਾ ਖਾ ਕੇ ਗੁਜ਼ਾਰਾ ਕੀਤਾ। ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਇੱਥੇ ਅੰਗਰੇਜ਼ਾਂ ਦਾ ਰਾਜ ਸੀ, ਜਿਨ੍ਹਾਂ ਦੇ ਰਾਜ 'ਚ ਸੂਰਜ ਨਹੀਂ ਡੁੱਬਦਾ ਸੀ। ਸੂਰਜ ਨਾ ਡੁੱਬਣ ਦਾ ਮਤਲਬ ਇੰਨੇ ਮੁਲਕਾਂ ਤੇ ਇੰਗਲੈਂਡ ਦਾ ਕਬਜ਼ਾ ਸੀ ਕਿ ਕਿਤੇ ਨਾ ਕਿਤੇ ਦਿਨ ਚੜ੍ਹਿਆ ਹੁੰਦਾ ਸੀ। ਉਸ ਸਮੇਂ ਅੰਗਰੇਜ਼ਾਂ ਨੂੰ ਭਾਰਤ 'ਚੋਂ ਬਾਹਰ ਕੱਢਣ ਦੇ ਲਈ ਬਹੁਤ ਵੱਡੀਆਂ ਲਹਿਰਾਂ ਜਿਹੜੀਆਂ ਉੱਠੀਆਂ, ਜਿਹਦੇ 'ਚ 1857 ਈਸਵੀ ਦਾ ਗਦਰ, ਜਿਹਦੀ ਅਗਵਾਈ ਮੰਗਲ ਪਾਂਡੇ ਹੋਣਾ ਨੇ ਕੀਤੀ, ਜਿਹ 'ਚ ਰਾਣੀ ਝਾਂਸੀ, ਤਾਤੀਆ ਟੋਪੇ, ਹੋਰ ਬਹੁਤ ਸਾਰੇ ਜਿਹੜੇ ਹਿੰਦੁਸਤਾਨ ਦੇ ਸਾਡੇ ਨਾਇਕ ਰਹੇ ਆ, ਉਹਨਾਂ ਨੇ ਅੰਗਰੇਜ਼ਾਂ ਖਿਲਾਫ ਹਥਿਆਰਬੰਦ ਬਗਾਵਤ ਕੀਤੀ। ਬੱਚਿਓ, ਭਗਤ ਸਿੰਘ ਨੂੰ ਕੌਣ ਕੌਣ ਜਾਣਦੇ ਹੋ? ਹੱਥ ਖੜਾ ਕਰੋ। ਜਾਣਦੇ ਹੋ? ਤੁਹਾਨੂੰ ਭਗਤ ਸਿੰਘ ਦੀ ਸਹੁੰ ਆ ਜੇ ਬੋਲੇ ਤਾਂ ਬੋਲਣਾ ਨਹੀਂ ਕਿਸੇ ਨੇ। 1857 ਈਸਵੀ ਦਾ ਗਦਰ ਬਹੁਤ ਮਹਾਨ ਜਿਹੜੀ ਲਹਿਰ ਇੱਥੇ ਉੱਠੀ ਅੰਗਰੇਜ਼ਾਂ ਨੂੰ ਬਾਹਰ ਕੱਢਣ ਲਈ ਸੀ। ਕਾਲੇ ਵਾਲੀ ਦਾ ਖੂਹ ਤੁਸੀਂ ਸੁਣਿਆ ਹੋਣਾ, ਪਿੱਛੇ ਜੇ 2200 ਖੋਪੜੀਆਂ ਨਿਕਲੀਆਂ। ਉਹ 2200 ਖੋਪੜੀਆਂ ਉਹਨਾਂ ਲੋਕਾਂ ਦੀਆਂ ਸੀ ਜਿਹੜੀਆਂ ਉਸ ਲੜਾਈ ਦੇ ਦਰਮਿਆਨ ਅੰਗਰੇਜ਼ਾਂ ਨੇ ਮਾਰ ਕੇ ਖੂਹ 'ਚ ਜਿੰਦਾ ਕੁਝ ਮੁਰਦਾ ਗੱਡ ਤੇ ਹੁਣ ਖੋਪੜੀਆਂ ਬਰਾਮਦ ਹੋਈਆਂ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ, ਉਹਦੀਆਂ ਨਵੀਆਂ ਖੋਪੜੀਆਂ ਜਿਹੜੀਆਂ ਉੱਥੇ ਪਈਆਂ। ਐਡੀ ਵੱਡੀ ਲੜਾਈ ਅੰਗਰੇਜ਼ਾਂ ਦੇ ਖਿਲਾਫ ਵਿੱਢੀ ਗਈ। ਗਦਰ ਪਾਰਟੀ 1913 'ਚ 1 ਨਵੰਬਰ ਨੂੰ ਬਣਦੀ ਹੈ ਸੈਨ ਫਰਾਂਸਿਸਕੋ ਅਮਰੀਕਾ ਦੇ ਵਿੱਚ, ਜਿਹਨੇ ਆਪਦਾ ਹੈੱਡਕੁਆਟਰ ਬਣਾਇਆ, ਆਪਦਾ ਅਖਬਾਰ ਕੱਢਿਆ। ਉਸ ਅਖਬਾਰ ਦਾ ਨਾਂ ਗਦਰ ਸੀਗਾ। ਉਹ ਅੰਗਰੇਜ਼ਾਂ ਨੂੰ ਹਥਿਆਰਬੰਦ ਤਰੀਕੇ ਨਾਲ ਭਾਰਤ ਚੋਂ ਬਾਹਰ ਕੱਢਣਾ ਚਾਹੁੰਦੇ ਸੀ, ਜਿਹਦੇ 'ਚ ਸਾਡੇ ਗਦਰੀ ਬਾਬੇ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਹੋਰ ਹੀ ਮੈਂ ਕਿੰਨੇ ਜਣੇ ਦੇ 1856 ਗਦਰੀ ਬਾਬੇ ਆ ਜਿਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਹੈ, ਜਿਨ੍ਹਾਂ ਨੂੰ ਫਾਂਸੀਆਂ ਹੋਈਆਂ, ਜਿਨ੍ਹਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ। ਉਹਨਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ। ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦਾ ਚਿੰਨ੍ਹ ਬਣ ਕੇ ਉੱਭਰਦਾ, ਕਰਤਾਰ ਸਿੰਘ ਸਰਾਭਾ ਜਿਹਦੇ ਹਲੇ ਦਾੜੀ ਫੁੱਟਦੀ ਸੀ, ਅਲੂਆ ਮੁੰਡਾ 16.5 ਸਾਲਾਂ ਦਾ, ਗਦਰ ਪਾਰਟੀ ਦਾ ਉਹ ਜਰਨੈਲ ਜਿਹੜਾ 10 ਲੱਖ ਅਖਬਾਰ ਹੱਥੀਂ ਛਾਪਦਾ ਸੀ। ਤੁਸੀਂ ਲਾਈਨਾਂ ਸੁਣੀਆਂ ਹੋਣਗੀਆਂ, ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਇਹ ਲੈਣਾ ਸਰਾਭੇ ਨੇ ਲਿਖੀਆਂ। ਸਰਾਭੇ ਨੇ ਕਿਉਂ ਲਿਖੀਆਂ ਲੈਣਾ? ਅਖਬਾਰ ਉਹਨਾਂ ਨੇ ਕੱਢਣਾ ਸ਼ੁਰੂ ਕੀਤਾ ਵਿਦੇਸ਼ ਦੀ ਧਰਤੀ ਤੇ। ਭਾਰਤ ਨੂੰ ਆਜ਼ਾਦ ਕਰਾਉਣ ਲਈ ਜਿੰਨੇ ਪੰਜਾਬੀ, ਜਿੰਨੇ ਹਿੰਦੁਸਤਾਨੀ ਬਾਹਰ ਗਏ, ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਇੱਕ ਐਸੋਸੀਏਸ਼ਨ ਬਣਾਈ ਜਿਹਦਾ ਨਾਮ ਸੀ ਹਿੰਦੀ ਪੈਸੀਫਿਕ ਆਫ ਕੋਸਟ, ਜਿਹਨੂੰ ਬਾਅਦ ਚ ਉਹਨਾਂ ਨੇ ਗਦਰ ਪਾਰਟੀ ਕਿਹਾ। ਉਹ ਅਖਬਾਰ ਕੱਢਣ ਲੱਗਿਆ 5 ਭਾਸ਼ਾਵਾਂ 'ਚ ਅਖਬਾਰ ਛਪਦਾ ਸੀ, ਤੇ ਹੁਣ ਤਾਂ ਇਲੈਕਟ੍ਰੋਨਿਕ ਛਾਪੇਖਾਨੇ ਆ, ਉਦੋਂ ਹੱਥੀਂ ਛਾਪਣਾ ਪੈਂਦਾ ਸੀ। ਤੇ ਜਦੋਂ ਕੰਮ ਕਰ ਕਰਕੇ ਉਹਨਾਂ ਦੀਆਂ ਬਾਹਾਂ ਜਵਾਬ ਦੇ ਜਾਂਦੀਆਂ ਸੀ, ਉਦੋਂ ਉਹਨਾਂ ਨੇ ਇਹ ਗੱਲਾਂ ਲਿਖੀਆਂ ਕਿ ਸੇਵਾ ਦੇਸ਼ ਦੀ ਬਹੁਤ ਔਖੀ ਆ। ਤੇ ਸਰਾਭਾ ਭਗਤ ਸਿੰਘ ਦਾ ਨਾਇਕ ਰਿਹਾ। ਜਦੋਂ ਭਗਤ ਸਿੰਘ ਨੂੰ ਫਾਂਸੀ ਹੋਣੀ ਸੀ ਤੇ ਜੇਲਰ ਨੂੰ 2-3 ਚੀਜ਼ਾਂ ਮਿਲੀਆਂ। ਪਹਿਲੀ ਚੀਜ਼ ਸਰਾਭੇ ਦੀ ਫੋਟੋ ਜਿਹੜੀ ਉਹਦੀ ਜੇਬ 'ਚੋਂ ਬਰਾਮਦ ਹੋਈ। ਲੈਨਨ ਦੀ ਇੱਕ ਕਿਤਾਬ, ਰੂਸ ਦਾ ਜਿਹੜਾ ਕ੍ਰਾਂਤੀਕਾਰੀ ਆਗੂ ਸੀ ਜਿਹਨੇ ਕਿਸਾਨਾਂ ਮਜ਼ਦੂਰਾਂ ਦਾ ਰਾਜ ਲੈ ਕੇ ਆਂਦਾ ਰੂਸ ਦੇ ਵਿੱਚ, ਉਹਦੀ ਫੋਟੋ ਉਹਦੀ ਜੇਬ ਜਿਹੜਾ ਬੈਰਕ ਦੇ ਵਿੱਚ ਉਹਦੀ ਕਿਤਾਬ ਮਿਲੀ, ਤੇ ਕਰਤਾਰ ਸਰਾਭੇ ਦੀ ਫੋਟੋ ਮਿਲੀ। ਭਗਤ ਸਿੰਘ ਦੇ ਪਰਿਵਾਰ ਬਾਰੇ ਮੈਂ 2 ਗੱਲਾਂ ਕਹਿਣਾ ਚਾਹੂੰਗਾ ਕਿ ਕੁਝ ਚੀਜ਼ਾਂ ਵਿਰਾਸਤ 'ਚੋਂ ਮਿਲਦੀਆਂ। ਭਗਤ ਸਿੰਘ ਦਾ ਦਾਦਾ ਸਰਦਾਰ ਅਰਜਨ ਸਿੰਘ ਪਿੰਡ ਦਾ ਬਹੁਤ ਹੀ ਨਾਮਵਰ ਸਿਰਕੱਢ ਆਗੂ ਸੀ। ਜਦੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਚੱਲੀ, ਜੱਥੇ ਆਉਂਦੇ ਸੀ ਤੇ ਅਰਜਨ ਸਿੰਘ ਹੁਣੀ ਖੜਦੇ ਰਹੇ ਆ। ਇੱਕ ਵਾਰੀ ਖਟਕੜ ਕਲਾਂ ਜਿੱਥੇ ਉਹ ਰਹਿੰਦੇ ਸੀ, ਉੱਥੇ ਪਲੇਗ ਦੀ ਬਿਮਾਰੀ ਫੈਲ ਗਈ। ਅੰਗਰੇਜ਼ਾਂ ਨੇ ਕਿਹਾ ਕਿ ਸਾਰੇ ਘਰਾਂ ਨੂੰ ਅੱਗ ਲਾ ਦਿਓ, ਕਿਉਂਕਿ ਇੱਥੇ ਜਰਮਸ ਆ, ਇੱਥੇ ਬੈਕਟੀਰੀਆ ਹੈ ਪਲੇਗ ਦੇ, ਅਸੀਂ ਇਹ ਘਰ ਸਾੜਨੇ ਆ, ਪਿੰਡ ਖਾਲੀ ਕੀਤਾ ਜਾਵੇ। ਉਹਨਾਂ ਦੇ ਬਰਾਬਰ ਖੜਨ ਵਾਲੇ ਸਰਦਾਰ ਅਰਜਨ ਸਿੰਘ ਸੀਗੇ। ਉਹਨਾਂ ਨੇ ਕਿਹਾ ਕਿ ਜੇ ਤੁਸੀਂ
ਇੱਥੋਂ ਜਰਮ ਖਤਮ ਕਰਨਾ ਚਾਹੁੰਦੇ ਹੋ, ਇਹਨਾਂ ਦੀ ਦਵਾਈ ਦਾ ਪ੍ਰਬੰਧ ਕਰੋ, ਤੁਸੀਂ ਇਹਨਾਂ ਲਈ ਚੰਗੀ ਖੁਰਾਕ ਦਾ ਪ੍ਰਬੰਧ ਕਰੋ। ਜੇ ਤੁਸੀਂ ਇਹਨਾਂ ਦੇ ਘਰ ਸਾੜਨਾ ਚਾਹੁੰਦੇ ਹੋ ਪਿੰਡ ਵਾਸੀਆਂ ਦੇ ਵੀ ਇੱਥੋਂ ਦੇ ਜਰਮ ਖਤਮ ਕਰਨੇ ਆ, ਤੇ ਪਹਿਲਾਂ ਇਹਨਾਂ ਨੂੰ ਘਰ ਆ ਜਿਹੜੇ ਨਵੇਂ ਬਣਾ ਕੇ ਦਿਓ। ਤਰਕ ਨਾਲ ਗੱਲ ਕਰਨੀ ਭਗਤ ਸਿੰਘ ਨੇ ਆਪਦੇ ਦਾਦੇ ਤੋਂ ਸਿੱਖੀ। ਉਸ ਟਾਈਮ ਜਦੋਂ ਐਡਾ ਵੱਡਾ ਜਾਤੀਵਾਦ ਸੀ, ਜਾਤ ਦੇ ਨਾਂ ਤੇ ਵਿਤਕਰਾ ਹੁੰਦਾ ਸੀ, ਤੇ ਸਰਦਾਰ ਅਰਜਨ ਸਿੰਘ ਸੀ ਜਿਨ੍ਹਾਂ ਨੇ ਕਿਹਾ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨ। ਉਹ ਸਾਡੇ ਗੁਰੂਆਂ ਨੇ ਕਿਹਾ ਸਾਨੂੰ ਮੰਨਣੀ ਨਹੀਂ ਚਾਹੀਦੀ ਜਾਤ। ਸਰਦਾਰ ਅਰਜਨ ਸਿੰਘ ਤੋਂ ਦਲੀਲ ਨਾਲ ਭਗਤ ਸਿੰਘ ਨੇ ਗੱਲ ਕਰਨ ਦੀ ਜਾਂਚ ਆ ਜਿਹੜੀ ਉਹ ਸਿੱਖੀ ਆ। ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਚ ਜਿਹੜਾ ਹੋਇਆ। ਕਿਸ਼ਨ ਸਿੰਘ ਉਹਦੇ ਪਿਤਾ ਜੀ ਉਹ ਵੀ ਕ੍ਰਾਂਤੀਕਾਰੀ ਲਹਿਰ ਚ ਰਹੇ ਆ। ਉਹਨਾਂ ਦੇ ਚਾਚਾ ਸਵਰਨ ਸਿੰਘ, ਉਹਨਾਂ ਦੇ ਚਾਚਾ ਸਰਦਾਰ ਅਜੀਤ ਸਿੰਘ, ਜਦੋਂ ਅੰਗਰੇਜ਼ਾਂ ਨੇ ਕਾਲੇ ਕਾਨੂੰਨ ਪਾਸ ਕੀਤੇ, ਪਬਲਿਕ ਸੇਫਟੀ ਬਿੱਲ ਤੇ ਟ੍ਰੇਡ ਡਿਸਪਿਊਟ ਬਿੱਲ, ਤੇ ਉਹਦੇ ਖਿਲਾਫ ਜਿਵੇਂ ਆਪਾਂ ਦਿੱਲੀ ਦਾ ਅੰਦੋਲਨ ਜਿੱਤ ਕੇ ਆਏ ਆ, 9 ਮਹੀਨੇ ਅੰਦੋਲਨ ਚਲਾਉਣ ਵਾਲੇ ਸਰਦਾਰ ਅਜੀਤ ਸਿੰਘ ਸੀਗੇ ਭਗਤ ਸਿੰਘ ਦੇ ਚਾਚਾ ਜੀ। ਉਹਨਾਂ ਦਾ ਪੂਰਾ ਪਰਿਵਾਰ ਕ੍ਰਾਂਤੀਕਾਰੀ ਪਰਿਵਾਰ। ਸਵਰਨ ਸਿੰਘ ਤਾਂ ਕਦੇ ਘਰੇ ਨਹੀਂ ਆ ਸਕੇ, ਉਹਨਾਂ ਦੀ ਲਾਸ਼ ਹੀ ਘਰੇ ਆਈ ਹੈ। ਸਾਰਾ ਪਰਿਵਾਰ ਉਹਨਾਂ ਦਾ ਕ੍ਰਾਂਤੀਕਾਰੀਆਂ ਦਾ ਪਰਿਵਾਰ ਸੀਗਾ। ਔਰ ਦੂਸਰਾ, ਭਗਤ ਸਿੰਘ ਬਾਰੇ ਸਿਰਫ 2 ਚੀਜ਼ਾਂ ਬਣਾਈਆਂ ਜਾਂਦੀਆਂ ਕਿ ਭਗਤ ਸਿੰਘ ਬਸ ਬੰਬ ਪਿਸਤੌਲਾਂ ਨੂੰ ਜਾਣਦਾ ਸੀ। ਭਗਤ ਸਿੰਘ ਨੇ ਇੱਕ ਸਾਂਡਰਸ ਨੂੰ ਮਾਰਤਾ, ਇੱਕ ਪੁਲਿਸ ਵਾਲੇ ਨੂੰ ਮਾਰਤਾ, ਤੇ ਗੱਲ ਖਤਮ। ਤੇ ਬਸ ਆਹ ਭਗਤ ਸਿੰਘ ਸੀਗਾ। ਉਹ ਕਿਤੇ ਗੱਡੀਆਂ ਤੇ ਮੁੱਛਾਂ ਨੂੰ ਹੱਥ ਪਵਾ ਕੇ ਫੋਟੋ ਲੱਗੀ ਹੁੰਦੀ ਆ, ਅੰਗਰੇਜ਼ ਖੰਗੇ ਸੀ, ਟੰਗੇ ਸੀ। ਏਦਾਂ ਦਾ ਭਗਤ ਸਿੰਘ ਨੂੰ ਗੁੰਡਾ ਬਦਮਾਸ਼ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਾਕਈ ਸਾਡਾ ਭਗਤ ਸਿੰਘ ਏਦਾਂ ਦਾ ਸੀ। ਨਹੀਂ, ਭਗਤ ਸਿੰਘ ਉਹ ਬੰਦਾ ਜਿਹਨੇ 23 ਸਾਲ ਦੀ ਉਮਰ 'ਚ ਪੂਰੀ ਦੁਨੀਆ ਦੇ ਬਾਰੇ ਕਿਤਾਬਾਂ ਪੜ੍ਹੀਆਂ, ਜਿਹਨੇ ਬਰੂਨੋ ਨੂੰ ਪੜ੍ਹਿਆ, ਜਿਹਨੇ ਕਾਰਲ ਮਾਰਕਸ ਨੂੰ ਪੜ੍ਹਿਆ, ਜਿਹਨੇ ਟੋਲਸਟਾਏ ਨੂੰ ਪੜ੍ਹਿਆ, ਜਿਹਨੇ ਟ੍ਰੋਟਸਕੀ ਨੂੰ ਪੜ੍ਹਿਆ, ਜਿਹਦਾ ਅਸੀਂ ਨਾਂ ਨਹੀਂ ਜਾਣਦੇ, ਭਗਤ ਸਿੰਘ ਨੇ ਉਹਨੂੰ ਪੜ੍ਹਿਆ। ਔਰ ਭਗਤ ਸਿੰਘ ਜਦੋਂ ਰੂਸ ਦੇ ਵਿੱਚ ਕ੍ਰਾਂਤੀ ਆਉਂਦੀ ਆ, ਤੇ ਭਗਤ ਸਿੰਘ ਨੇ ਚਿੱਠੀ ਲਿਖੀ, ਤਾਰ ਪਾਈ ਕਿ ਅਸੀਂ ਵੀ ਇੱਥੇ ਕਿਸਾਨਾਂ ਤੇ ਮਜ਼ਦੂਰਾਂ ਦਾ ਰਾਜ ਸਥਾਪਿਤ ਕਰਨਾ ਚਾਹੁੰਦੇ ਆ। ਭਗਤ ਸਿੰਘ ਬਹੁਤ ਬੁੱਧੀਮਾਨ ਵਿਅਕਤੀ ਸੀ। ਭਗਤ ਸਿੰਘ ਦਾ ਜੇਲਰ ਲਿਖਦਾ ਕਿ ਭਗਤ ਸਿੰਘ ਕਿਤਾਬਾਂ ਪੜ੍ਹਦਾ ਨਹੀਂ, ਭਗਤ ਸਿੰਘ ਕਿਤਾਬਾਂ ਪੀਂਦਾ ਸੀ। ਤੇ ਭਗਤ ਸਿੰਘ ਦੀ ਸਿਰਫ ਸਾਨੂੰ ਇੱਕ ਤਸਵੀਰ ਦਿਖਾਈ ਗਈ ਆ ਕਿ ਉਹਨੇ ਕੱਲਾ ਅੰਗਰੇਜ਼ ਅਧਿਕਾਰੀ ਨੂੰ ਮਾਰਤਾ ਤੇ ਜਾਂ ਉਹਨੇ ਕਿਸੇ ਪੁਲਿਸ ਵਾਲੇ ਨੂੰ ਗੋਲੀ ਮਾਰਤੀ। ਭਗਤ ਸਿੰਘ ਨੇ ਇਨਕਲਾਬ ਦੇ ਖੱਡੜੇ 'ਚ ਲਿਖਿਆ ਕਿ ਸਾਨੂੰ ਪਤਾ ਅਸੀਂ ਕਿਹੋ ਜਿਹਾ ਦੇਸ਼ ਸਿਰਜਣਾ ਚਾਹੁੰਦੇ ਆ। ਉਹਨਾਂ ਨੇ ਕਿਹਾ ਕਿ ਅਸੀਂ ਇਕੱਲੇ ਅੰਗਰੇਜ਼ਾਂ ਨੂੰ ਨਹੀਂ ਇੱਥੋਂ ਕੱਢਣਾ ਚਾਹੁੰਦੇ। ਜੇ ਕੁਰਸੀ ਤੇ ਕਾਲਾ ਬਹਿ ਜੇ ਆ ਕੇ ਕੋਈ, ਤੇ ਉਹਦੀ ਥਾਂ ਤੇ ਕੋਈ ਭੂਰਾ ਬਹਿ ਜੇ। ਗੋਰੇ ਤੇ ਭੂਰੇ ਦੇ ਕੁਰਸੀ ਬਦਲਣ ਨਾਲ ਫਰਕ ਨਹੀਂ ਪੈਣਾ। ਫਰਕ ਉਦੋਂ ਬਦਲੂਗਾ ਜਦੋਂ ਸਰਮਾਏਦਾਰਾਂ ਨੂੰ, ਜਦੋਂ ਕਾਰਪੋਰੇਟ ਘਰਾਣਿਆਂ ਨੂੰ, ਜਦੋਂ ਜ਼ਗੀਰਦਾਰਾਂ ਨੂੰ ਸੱਤਾ ਤੋਂ ਲਾ ਕੇ ਤੇ ਇੱਥੇ ਮਜ਼ਦੂਰਾਂ ਤੇ ਇੱਥੇ ਕਿਸਾਨਾਂ ਦਾ ਰਾਜ ਆ ਜਿਹੜਾ ਸਥਾਪਿਤ ਕੀਤਾ ਜਾਊਗਾ। ਭਗਤ ਸਿੰਘ ਨੂੰ ਬਹੁਤ ਕਲੀਅਰ ਸੀਗਾ। ਲਾਸਟ ਗੱਲ ਕਹਿ ਕੇ ਮੈਂ ਆਪਦੀ ਥਾਂ ਲਾਉਂਗਾ। ਭਗਤ ਸਿੰਘ ਨੂੰ ਇਹ ਕਲੀਅਰ ਸੀ ਕਿ ਇੱਥੇ ਸਮਝੌਤਾ ਹੋਣਾ। ਉਹਨੇ ਇਹ ਜੇਲ੍ਹ ਦੇ ਦਰਮਿਆਨ ਕਿਹਾ ਕਿ ਇੱਥੇ ਸਮਝੌਤਾ ਹੋਣਾ। ਸਮਝੌਤਾ ਉਹਨੇ ਕਿਹਾ ਕਿ ਕਾਂਗਰਸ ਕਰੂਗੀ, ਕਿਉਂਕਿ ਜਿਹੜੀ ਕਾਂਗਰਸ ਪਾਰਟੀ ਹੈ 1885 ਈਸਵੀ ਦੇ ਵਿੱਚ ਇੱਕ ਅੰਗਰੇਜ਼ ਅਧਿਕਾਰੀ ਏ.ਓ. ਹਿਊਮ ਉਹਦਾ ਨਾਂ ਹੈ, ਏ.ਓ. ਹਿਊਮ ਨੇ ਕਾਂਗਰਸ ਦੀ ਨੀਂਹ ਰੱਖੀ ਸੀ। ਤੇ 1930 ਤੱਕ ਕਾਂਗਰਸ ਨੇ ਮੁਕੰਮਲ ਆਜ਼ਾਦੀ ਦਾ ਨਾਰਾ ਨਹੀਂ ਲਾਇਆ। 1930 ਤੱਕ ਕਾਂਗਰਸ ਨੇ ਕਿਹਾ ਕਿ ਸਾਨੂੰ ਡੋਮੀਨੀਅਨ ਸਟੇਟਸ ਚਾਹੀਦਾ। ਡੋਮੀਨੀਅਨ ਸਟੇਟਸ ਦਾ ਕੀ ਮਤਲਬ ਹੁੰਦਾ? ਸਾਨੂੰ ਡੀਸੀ ਦਫ਼ਤਰ ਨੌਕਰੀ ਰੱਖ ਲਓ, ਸਾਨੂੰ ਕਲੈਕਟਰ ਤੇ ਨੌਕਰੀ ਰੱਖ ਲਓ। ਕਾਂਗਰਸ ਇਹ ਮੰਗ ਕਰਦੀ ਰਹੀ ਕਿ ਸਾਨੂੰ ਕੁਝ ਰਿਆਇਤਾਂ ਚਾਹੀਦੀਆਂ। ਨੌਜਵਾਨ ਭਾਰਤ ਸਭਾ ਜਿਹਦੀ ਮੈਂ ਮੇਨ ਗੱਲ ਕਰਨਾ ਚਾਹਣਾ, ਭਗਤ ਸਿੰਘ ਨੇ ਬਣਾਈ। ਭਗਤ ਸਿੰਘ ਇਹਦਾ ਪਹਿਲਾ ਜਨਰਲ ਸੈਕਟਰੀ ਸੀ। ਭਗਵਤੀ ਚਰਨ ਵੋਹਰਾ ਇਹਦਾ ਪ੍ਰੈਸ ਸੈਕਟਰੀ ਸੀ। ਜਿਹਦੀ ਪਤਨੀ ਦੁਰਗਾ ਭਾਬੀ ਸੀ ਭਗਵਤੀ ਚਰਨ ਵੋਹਰਾ ਦੀ। ਇੱਕ ਬੰਬ ਦਾ ਤਜਰਬਾ ਕਰਨ ਦੇ ਵਿੱਚ ਭਗਵਤੀ ਚਰਨ ਜਿਹੜਾ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਸੀ।
ਔਰ ਨੌਜਵਾਨ ਭਾਰਤ ਸਭਾ ਬਣੀ 1926 ਚ 7 ਜੁਲਾਈ 1926 ਨੂੰ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਗਈ ਭਗਤ ਸਿੰਘ ਹੋਰਾਂ ਨੇ। ਕਿਉਂ ਕੀਤੀ ਗਈ? ਕਿਉਂਕਿ ਉਹਨਾਂ ਨੂੰ ਲਾਹੌਰ ਕਾਲਜ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਕਿਉਂ ਕੱਢ ਦਿੱਤਾ ਗਿਆ ਸੀ? ਕਿਉਂਕਿ ਅੰਗਰੇਜ਼ ਹਕੂਮਤ ਆ ਜਿਹੜੀ ਉਹ ਬਗਾਵਤ ਤੋਂ ਡਰਦੀ ਸੀ। ਅੰਗਰੇਜ਼ ਹਕੂਮਤ ਨੇ ਸਾਰੇ ਵਿਦਿਆਰਥੀ ਜਿਹੜੇ ਕੱਢ ਦਿੱਤੇ ਜਿਨ੍ਹਾਂ ਨੇ ਇਨਕਲਾਬੀ ਸਰਗਰਮੀਆਂ 'ਚ ਭਾਗ ਲਿਆ। ਭਗਤ ਸਿੰਘ ਨੇ ਪਿੰਡਾਂ 'ਚ ਨੌਜਵਾਨਾਂ ਨੂੰ ਜਥੇਬੰਦ ਕਰਕੇ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢਣ ਦੇ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਔਰ ਨੌਜਵਾਨ ਭਾਰਤ ਸਭਾ ਪਹਿਲੀ ਉਹ ਜਥੇਬੰਦੀ ਸੀ ਜਿਹਨੇ ਆਪਦੇ ਜਨਮ ਤੋਂ ਹੀ ਇਹ ਕਿਹਾ ਕਿ ਸਾਡਾ ਮੁਲਕ ਆ, ਤੁਸੀਂ ਦਫਾ ਹੋ ਜਾਓ। ਅੰਗਰੇਜ਼ਾਂ ਨੂੰ ਇਹ ਕਿਹਾ ਕਿ ਸਾਡਾ ਮੁਲਕ ਆ, ਤੁਸੀਂ ਹਥਿਆਰਾਂ ਨਾਲ ਕਬਜ਼ਾ ਕੀਤਾ ਹੋਇਆ, ਅਸੀਂ ਇਹ ਕਬਜ਼ਾ ਰਹਿਣ ਨਹੀਂ ਦਿਆਂਗੇ, ਤੁਹਾਨੂੰ ਵੀ ਕੱਢਾਂਗੇ ਤੇ ਜਿਹੜੇ ਤੁਹਾਡੇ ਅਲਾਈ ਆ, ਜਿਹੜੇ ਤੁਹਾਡੇ ਜਗੀਰਦਾਰ ਯਾਰ ਆ, ਜੋਤੀ ਪਾਈ ਆ, ਉਹਨਾਂ ਨੂੰ ਵੀ ਇੱਥੋਂ ਦਫਾ ਕਰਾਂਗੇ। ਇਹ ਭਗਤ ਸਿੰਘ ਦੀ ਸਮਝ ਸੀ। ਔਰ ਬਿਲਕੁਲ ਉਵੇਂ ਹੀ ਹੋਇਆ ਜਿਵੇਂ ਭਗਤ ਸਿੰਘ ਨੇ ਕਿਹਾ। 23 ਮਾਰਚ 1931 ਦਿਓ ਮਨਹੂਸ ਰਾਤ, ਜਦ ਕਿ ਫੈਸਲਾ ਹੋਇਆ ਸੀ 24 ਮਾਰਚ ਨੂੰ ਫਾਂਸੀ ਦੇਣ ਦਾ। ਇੱਕ ਕਾਂਗਰਸ ਦਾ ਵੱਡਾ ਲੀਡਰ ਉਹਨੇ ਚਿੱਠੀ ਲਿਖੀ ਵਾਇਸਰਾਏ ਨੂੰ। ਚਿੱਠੀ ਇਹ ਲਿਖੀ ਕਿ ਜੋ ਵੀ ਭਗਤ ਸਿੰਘ ਬਾਰੇ ਫੈਸਲਾ ਕਰਨਾ ਜਾਂ ਰਾਜਗੁਰੂ ਸੁਖਦੇਵ ਬਾਰੇ ਫੈਸਲਾ ਕਰਨਾ ਉਹ 23 ਤਰੀਕ ਨੂੰ ਕਰ ਲਓ, ਕਿਉਂਕਿ ਅਸੀਂ ਜਿਹੜੀ ਸਾਡੀ ਪਾਰਟੀ ਕਾਂਗਰਸ ਆ ਉਹਦਾ ਇਜਲਾਸ 24 ਤਰੀਕ ਨੂੰ ਕਲਕੱਤੇ ਕਰਨ ਜਾ ਰਹੇ ਹਾਂ ਤੇ ਇਸ ਇਜਲਾਸ 'ਚ ਉਹਨਾਂ ਦੀ ਰਿਹਾਈ ਲਈ, ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਕਰਨ ਲਈ ਸਾਨੂੰ ਮਤਾ ਪਾਉਣਾ ਪੈ ਸਕਦਾ। ਇਹ ਚਿੱਠੀ ਲਿਖੀ ਗਈ ਕਾਂਗਰਸ ਪਾਰਟੀ ਦੇ ਮੇਨ ਜਿਹੜੇ ਵਰਕਰ ਦੇ ਆਗੂ ਦੇ ਵੱਲੋਂ। ਔਰ ਉਸੇ ਰਾਤ ਇੱਕ ਦਿਨ ਪਹਿਲਾਂ, ਮਿੱਥੇ ਸਮੇਂ ਤੋਂ ਇੱਕ ਦਿਨ ਪਹਿਲਾਂ ਰਾਤ ਦੇ ਸਮੇਂ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਫਾਂਸੀ ਲਾਇਆ ਗਿਆ। ਉਹਦੀਆਂ ਅੱਧ ਜੜੀਆਂ ਜਿਹੜੀਆਂ ਲਾਸ਼ਾਂ ਉਹਨਾਂ ਦੀਆਂ ਹੁਸੈਨੀ ਵਾਲਾ, ਜਿੱਥੇ ਬਾਰਡਰ ਦੇ ਉੱਪਰ ਜਗ੍ਹਾ ਬਣੀ ਹੋਈ ਆ ਸਤਲੁਜ ਦਰਿਆ ਦੇ ਬਿਲਕੁਲ ਨਾਲ, ਉਸੇ ਜਗ੍ਹਾ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਤੇ ਕੁਹਾੜੀਆਂ ਨਾਲ ਟੋਟੇ ਕਰਕੇ ਉਹਨਾਂ ਦੀਆਂ ਲਾਸ਼ਾਂ ਸਤਲੁਜ ਦਰਿਆ ਦੇ ਵਿੱਚ ਰੋੜ ਦਿੱਤੀਆਂ ਗਈਆਂ। ਇਹ ਕੀਤਾ ਗਿਆ ਸਾਡੇ ਨਾਇਕ ਦੇ ਨਾਲ। ਤੇ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਸਾਡੇ ਸਮਿਆਂ 'ਚ ਸਾਡਾ ਰਾਹ ਦਰਸਾਉਂਦੀ ਆ। ਕਿਵੇਂ ਦਰਸਾਉਂਦੀ ਆ? ਜੋ ਉਹਨੇ ਕਿਹਾ ਕਿ ਇੱਥੇ ਚਿਹਰੇ ਬਦਲਦੇ ਨਾਲ ਨੀਤੀਆਂ ਨਹੀਂ ਬਦਲਣਗੀਆਂ, ਮਜ਼ਦੂਰ ਖੁਦਕੁਸ਼ੀਆਂ ਕਰਨਗੇ, ਕਿਸਾਨ ਕਰਜ਼ਾਈ ਰਹਿਣਗੇ, ਖੁਦਕੁਸ਼ੀਆਂ ਕਰਨਗੇ, ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲੂਗਾ, ਇੱਥੇ ਨਸ਼ਾਖੋਰੀ ਹੋਊਗੀ, ਇੱਥੇ ਰਿਸ਼ਵਤਖੋਰੀ ਹੋਊਗੀ, ਇੱਥੇ ਮਹਿੰਗਾਈ ਅੰਤਾਂ ਦੀ ਹੋਊਗੀ। ਜਿੰਨਾ ਚਿਰ ਕਿਰਤੀਆਂ ਦਾ ਰਾਜ ਨਹੀਂ ਆਉਂਦਾ, ਕਿਸਾਨਾਂ ਮਜ਼ਦੂਰਾਂ ਦਾ ਰਾਜ ਨਹੀਂ ਆਉਂਦਾ, ਉਹਨਾਂ ਚਿਰ ਕੋਈ ਹੱਲ ਨਹੀਂ ਹੁੰਦਾ। ਤੇ ਅੱਜ ਉਹ ਗੱਲਾਂ ਸੱਚੀਆਂ ਹੋ ਰਹੀਆਂ ਦੋਸਤੋ। ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ, ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ। ਅੱਜ ਅੰਬਾਨੀ ਕੱਲੇ ਅੰਬਾਨੀ ਦੀ ਜਾਇਦਾਦ 85 ਬਿਲੀਅਨ ਡਾਲਰ ਤੇ ਪੰਜਾਬ ਦੀ ਸਾਰੀ GDP 85 ਬਿਲੀਅਨ ਡਾਲਰ। ਮੈਂ ਰਿਲਾਇੰਸ ਦੀ ਗੱਲ ਨਹੀਂ ਕਰਦਾ, ਕੱਲੇ ਅੰਬਾਨੀ ਦੀ ਆਮਦਨ ਜਾਇਦਾਦ ਕਿੰਨੀ ਆ? 85 ਬਿਲੀਅਨ ਡਾਲਰ। ਤੇ ਸਾਰੇ ਪੰਜਾਬ ਦੀ ਰਲਾ ਕੇ GDP ਕਿੰਨੀ ਆ? 85 ਬਿਲੀਅਨ ਡਾਲਰ। ਇੱਕ ਪਾਸੇ ਲੋਕ ਜਿਨ੍ਹਾਂ ਦੇ 56-100 ਕਰੋੜ ਦੇ ਘਰ, ਜਿਹਦੇ 'ਚ ਨੌਕਰ ਚਾਕਰ, ਹੈਲੀਪੈਡ ਵਿੱਚੇ ਸਿਨੇਮਾ ਘਰ, ਵਿੱਚੇ ਸਵਿਮਿੰਗ ਪੂਲ। ਇੱਕ ਪਾਸੇ ਸਾਡੇ ਉਹ ਘਰ ਨੇ ਜਿਨ੍ਹਾਂ ਨੂੰ ਛੱਤ ਨਹੀਂ ਮਿਲਦੀ, ਬਿਨਾਂ ਛੱਤ ਤੋਂ ਰਹਿ ਰਹੇ ਆ। ਭਗਤ ਸਿੰਘ ਨੇ ਇਹੋ ਜਿਹਾ ਸੁਪਨਾ ਨਹੀਂ ਲਿਆ ਸੀ। ਭਗਤ ਸਿੰਘ ਨੇ ਇਹੋ ਜਿਹਾ ਸੁਪਨਾ ਨਹੀਂ ਲਿਆ ਸੀ ਕਿ ਸਾਡੇ ਕਰਜ਼ਾਈ ਕਿਸਾਨ ਜ਼ਹਿਰਾਂ ਪੀ ਮਰਨਗੇ, ਖੁਦਕੁਸ਼ੀਆਂ ਕਰਨਗੇ, ਫਾਹੇ ਲੈਣਗੇ, ਮਜ਼ਦੂਰ ਸਾਡੇ ਆਤਰ ਹੋਣਗੇ 2 ਵਕਤ ਦੀ ਰੋਟੀ ਤੋਂ। ਭਗਤ ਸਿੰਘ ਨੇ ਇਹੋ ਜਿਹਾ ਸੁਪਨਾ ਕਦੇ ਨਹੀਂ ਲਿਆ ਸੀ। ਇਸ ਕਰਕੇ ਅਸੀਂ ਨੌਜਵਾਨ ਭਾਰਤ ਸਭਾ ਬਣਾ ਕੇ ਪਿੰਡਾਂ 'ਚ ਨੌਜਵਾਨਾਂ ਨੂੰ ਜਥੇਬੰਦ ਕਰਕੇ ਤੇ ਜਿਹੜਾ ਸੱਚੀਓ ਹੀ ਭਗਤ ਸਿੰਘ ਨੇ ਸੁਪਨਾ ਦੇਖਿਆ, ਉਹ ਸੁਪਨੇ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਉਹਨਾਂ ਕਿਰਤੀਆਂ ਦਾ ਰਾਜ ਆਵੇ। ਕਿਵੇਂ ਆਵੇ? ਬਹੁਤ ਲੰਮੀ ਚੌੜੀ ਕਹਾਣੀ ਆ। ਮੇਰੇ ਤੋਂ ਅਗਲੇ ਬੁਲਾਰਿਆਂ ਨੇ ਤੁਹਾਡੇ ਨਾਲ ਜਿਹੜਾ ਸੰਬੋਧਨ ਕਰਨਾ, ਮੈਂ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ। ਨਵੀਂ ਬਣੀ ਆਮ ਆਦਮੀ ਪਾਰਟੀ ਭਗਤ ਸਿੰਘ ਦੇ ਨਾਂ ਤੇ ਸਹੁੰ ਚੁੱਕੀ ਗਈ ਖਟਕੜ ਕਲਾਂ ਦੇ ਵਿੱਚ ਜਾ ਕੇ। ਅੱਜ ਹੁਸੈਨੀ ਵਾਲੇ ਵੀ ਪ੍ਰੋਗਰਾਮ ਰੱਖਿਆ। ਤੁਹਾਡੇ ਸਾਹਮਣੇ ਲੌਜਿਕ ਨਾਲ ਗੱਲ ਕਰਾਂਗੇ। ਹੋ ਸਕਦਾ ਕਈ ਹਮਾਇਤੀ ਵੀ ਹੋਣ, ਹਮਾਇਤ ਕਰਨ, ਸਾਨੂੰ ਕੋਈ ਪ੍ਰੋਬਲਮ ਨਹੀਂ, ਕਿਸੇ ਦੀ ਵੀ ਹਮਾਇਤ ਕੋਈ ਕਰ ਸਕਦਾ ਹੈ। ਪਰ ਲੌਜਿਕ ਨਾਲ ਗੱਲ ਤੁਹਾਡੇ ਨਾਲ ਕਰਨਾ ਚਾਹਾਂਗੇ ਕਿ ਭਗਤ ਸਿੰਘ ਦਾ ਗੁਪਤ ਟਿਕਾਣਾ ਫਿਰੋਜ਼ਪੁਰ ਤੂੜੀ ਬਾਜ਼ਾਰ 'ਚ
ਜਿੱਥੇ ਭਗਤ ਸਿੰਘ ਤੇ ਉਹਦੇ ਸਾਥੀ, ਜਿੱਥੇ ਚੰਦਰ ਸ਼ੇਖਰ ਆਜ਼ਾਦ ਹੋਣੀ, BS ਨਿਗਮ ਹੋਣੀ, ਜਿੱਥੇ ਸ਼ਿਵ ਵਰਮਾ ਹੋਣੀ ਰਹਿੰਦੇ ਰਹੇ ਆ, ਜਿੱਥੇ ਭਗਤ ਸਿੰਘ ਨੇ ਰਿਪੋਰਟ ਹੋਣ ਲਈ ਆਪਦੇ ਕੇਸ ਦਾੜੀ ਕਟਾਏ, ਜਿੱਥੇ ਭਗਤ ਸਿੰਘ ਸਾਂਡਰਸ ਕਤਲकांड ਤੋਂ ਪਹਿਲਾਂ ਨਿਸ਼ਾਨੇਬਾਜ਼ੀ ਸਿੱਖਦਾ ਰਿਹਾ, ਉਹ ਟਿਕਾਣਾ ਅੱਜ ਰੁਲ ਰਿਹਾ। ਜਦੋਂ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਸੀ, ਅਸੀਂ ਇਹਦੇ ਕੋਲੇ ਗਏ ਆ, ਇਹਨੂੰ ਕਿਹਾ ਕਿ ਭਗਤ ਸਿੰਘ ਦਾ ਟਿਕਾਣਾ ਰੁਲ ਰਿਹਾ, ਇਹਨੂੰ ਸਾਂਭੋ, ਨਹੀਂ ਸਾਂਭਿਆ ਗਿਆ। ਅਸੀਂ ਹੁਣ ਫੇਰ ਮੰਗ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਤੋਂ ਕਿ ਜੇ ਤੁਸੀਂ ਵਾਕਈ ਭਗਤ ਸਿੰਘ ਦੀ ਸੋਚ ਤੇ ਚੱਲਦੇ ਹੋ ਤੇ ਤੁਹਾਨੂੰ ਅਸੀਂ ਵਾਰ-ਵਾਰ ਧਿਆਨ 'ਚ ਲਿਆਂਦਾ, ਤੁਸੀਂ MP ਵੀ ਸੀਗੇ। ਸਰਕਾਰ ਨੇ ਇੱਕ ਨੋਟਿਸ ਕੱਢਿਆ ਹੋਇਆ 2015 ਦੇ ਵਿੱਚ, ਉਸ ਬਿਲਡਿੰਗ ਨੂੰ ਸੁਰੱਖਿਅਤ ਇਮਾਰਤ ਐਲਾਨਿਆ ਹੋਇਆ, ਪਰ ਉਹਦੇ ਤੇ ਭਾਜਪਾ ਦਾ ਇੱਕ ਬੰਦਾ ਕਬਜ਼ਾ ਕਰੀ ਬੈਠਾ। ਭਾਜਪਾ ਦੇ ਇੱਕ ਬੰਦੇ ਦੀ ਦੁਕਾਨ ਆ, ਜਿਹੜਾ ਭਗਤ ਸਿੰਘ ਦਾ ਟਿਕਾਣਾ ਸੀ, ਉਹਦੇ ਤੇ ਉਹ ਕਬਜ਼ਾ ਨਹੀਂ ਛੁਡਾਇਆ ਗਿਆ। ਸਰਕਾਰ ਨੇ ਉਹਨੂੰ ਸੁਰੱਖਿਅਤ ਬਿਲਡਿੰਗ ਐਲਾਨਿਆ ਹੋਇਆ 2015 'ਚ। ਅਸੀਂ ਅੱਜ ਦੀ ਸਟੇਜ ਤੋਂ ਇਹ ਮੰਗ ਕਰਦੇ ਹਾਂ ਕਿ ਭਗਤ ਸਿੰਘ ਤੇ ਉਹਦੇ ਸਾਥੀਆਂ ਦਾ ਜਿਹੜਾ ਗੁਪਤ ਟਿਕਾਣਾ ਤੂੜੀ ਬਾਜ਼ਾਰ ਫਿਰੋਜ਼ਪੁਰ 'ਚ, ਉਹਨੂੰ ਸਾਂਭਿਆ ਜਾਵੇ। ਭਗਤ ਸਿੰਘ ਨਾਲ ਸੰਬੰਧਿਤ ਚੀਜ਼ਾਂ ਉੱਥੇ ਲਿਆ ਕੇ ਰੱਖੀਆਂ ਜਾਣ, ਉੱਥੇ ਲਾਇਬ੍ਰੇਰੀ ਬਣਾਈ ਜਾਵੇ, ਉੱਥੇ ਅਜਾਇਬ ਘਰ ਬਣਾਇਆ ਜਾਵੇ। ਜਿਹੜੇ ਸਾਡੇ ਨੌਜਵਾਨ, ਸਾਡੇ ਬੱਚੇ ਜਾਣ ਉੱਥੇ ਦੇਖਣ ਤੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਸਹੀ ਰਸਤੇ ਪੈਣ। ਕਿਸਾਨਾਂ ਮਜ਼ਦੂਰਾਂ ਦੀ ਮੁਕਤੀ ਵਾਸਤੇ ਇੱਥੇ ਬਰਾਬਰੀ ਦਾ ਸਮਾਜ, ਭਗਤ ਸਿੰਘ ਨੇ ਕਿਹਾ ਸੀ ਕਿ ਅਸੀਂ ਸਮਾਜ ਚਾਹੁੰਦੇ ਹਾਂ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਬੰਦ ਹੋਵੇ, ਜਿੱਥੇ ਕੌਮ ਹੱਥੋਂ ਕੌਮ ਦੀ ਲੁੱਟ ਬੰਦ ਹੋਵੇ। ਇਹੋ ਜਿਹਾ ਰਾਜ ਸਿਰਜਣ ਦੇ ਲਈ ਸਾਡੇ ਨੌਜਵਾਨ ਅੱਗੇ ਆਉਣ, ਭੈੜੀਆਂ ਲਾਹਨਤਾਂ ਨਸ਼ਿਆਂ ਚੋਂ ਨਿਕਲ ਕੇ, ਗੈਂਗਵਾਦ ਚੋਂ ਨਿਕਲ ਕੇ ਭਗਤ ਸਿੰਘ ਦੇ ਰਾਹ ਪੈਣ। ਤੁਸੀਂ ਆਪਦੇ ਪਿੰਡ ਵੱਲੋਂ ਐਡਾ ਵੱਡਾ ਪ੍ਰੋਗਰਾਮ ਆਰਗੇਨਾਈਜ਼ ਕੀਤਾ, ਸਾਨੂੰ ਸੱਦਾ ਦਿੱਤਾ, ਤੁਹਾਡੇ ਸਨਮੁਖ ਹੋਣ ਦਾ ਮੌਕਾ ਦਿੱਤਾ। ਨੌਜਵਾਨ ਭਾਰਤ ਸਭਾ ਵੱਲੋਂ ਅਸੀਂ ਸਾਰੇ ਪਿੰਡ ਦਾ, ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਮੰਗਾ ਆਜ਼ਾਦ ਜੀ ਦਾ, ਜਿਨ੍ਹਾਂ ਨੇ ਸਾਨੂੰ ਇਤਿਹਾਸ ਬਾਰੇ, ਖਾਸ ਕਰ ਕ੍ਰਾਂਤੀਕਾਰੀ ਇਤਿਹਾਸ ਬਾਰੇ ਤੇ ਜੋ ਉਸ ਸਮੇਂ ਦਾ ਰਾਜਨੀਤਿਕ ਇਤਿਹਾਸ ਹੈ ਉਹਦੇ ਬਾਰੇ ਜਾਣੂ ਕਰਵਾਇਆ। ਔਰ ਸ਼ਹੀਦ ਭਗਤ ਸਿੰਘ ਦੀ ਜੋ ਸੋਚ ਸੀ ਔਰ ਜੋ ਉਹਨਾਂ ਦੀ ਕੁਰਬਾਨੀ ਸੀ ਔਰ ਜੋ ਕਰਨਾ ਚਾਹੁੰਦੇ ਸਨ ਦੇਸ਼ ਲਈ, ਉਸ ਚੀਜ਼ ਬਾਰੇ ਜਾਣੂ ਕਰਵਾਇਆ। ਅੱਜ ਜੇ ਅਸੀਂ ਗੱਲ ਕਰੀਏ ਭਗਤ ਸਿੰਘ ਦੀ, ਤਾਂ ਅਸੀਂ ਸਾਰੇ ਭਗਤ ਸਿੰਘ ਨੂੰ ਇੱਕ ਅਜਿਹੀ ਤਸਵੀਰ ਵਿੱਚ ਵੇਖਦੇ ਹਾਂ ਜਿੱਥੇ ਭਗਤ ਸਿੰਘ ਦੇ ਹੱਥ ਵਿੱਚ ਪਿਸਤੌਲ ਹੁੰਦਾ ਹੈ, ਜਾਂ ਜੇ ਮੰਗਾ ਆਜ਼ਾਦ ਜੀ ਕਹਿ ਕੇ ਗਏ ਨੇ ਕਿ ਅੰਗਰੇਜ਼ ਖੰਘੇ ਸੀ ਤੇ ਤਾਂ ਹੀ ਟੰਗੇ ਸੀ, ਵੀ ਅਜਿਹੀਆਂ ਜਿਹੜੀਆਂ ਛਲਾਰੂ ਗੱਲਾਂ ਹੁੰਦੀਆਂ ਨੇ ਉਹ ਭਗਤ ਸਿੰਘ ਵਰਗੇ ਨਹੀਂ ਕਰਦੇ ਸਨ। ਉਹ ਭਗਤ ਸਿੰਘ ਹੋਰਾਂ ਦੀ ਜੋ ਸੋਚ ਸੀ, ਉਹ ਸੋਚ ਇੱਕ ਅਜਿਹੀ ਸੋਚ ਸੀ ਜਿੱਥੇ ਕਿਰਤੀ, ਕਾਮੇ, ਮਜ਼ਦੂਰ, ਕਿਸਾਨ ਸਭ ਲੋਕਾਂ ਦੀ ਭੁਗਤ ਹੋਵੇ। ਉਹ ਅਜਿਹੇ ਸਮਾਜ ਦੀ ਸਿਰਜਣਾ ਦੇਖਣਾ ਚਾਹੁੰਦੇ ਸਨ। ਤੇ ਮੈਂ ਅੱਜ ਇਹ ਵੀ ਦੱਸਣਾ ਚਾਹ ਰਿਹਾ ਕਿ ਜਿਹੜੇ ਸਾਡੇ ਬੱਚੇ ਆ ਜਾਂ ਨੌਜਵਾਨ ਬੈਠੇ ਨੇ ਕਿ ਭਗਤ ਸਿੰਘ ਚਾਹੇ ਕ੍ਰਾਂਤੀਕਾਰੀ ਸੀ, ਬੇਸ਼ੱਕ ਗਰਮ ਖਿਆਲੀ ਸੀ, ਪਰ ਉਹ ਉਸਦੇ ਨਾਲ ਨਾਲ ਇੱਕ ਉੱਚ ਕੋਟੀ ਦਾ ਵਿਦਵਾਨ ਵੀ ਸੀ। ਅੱਜ ਜੋ 23 ਸਾਲਾਂ ਦੀ ਉਮਰ ਦੇ ਇੱਥੇ ਨੌਜਵਾਨ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਅੰਦਰ ਅਜਿਹੀ ਵਿਚਾਰਧਾਰਾ ਪਣਪਦੀ ਹੈ, ਜਾਂ ਕੁਝ ਸੁਣਦੇ ਨੇ ਜਾਂ ਪੜ੍ਹਦੇ ਨੇ, ਕਿਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਬਣਾਉਂਦੇ ਨੇ। ਭਗਤ ਸਿੰਘ ਦਾ ਜਿਹੜਾ ਨਾਂ ਅੱਜ ਇਸ ਦੁਨੀਆ ਦੇ ਉੱਪਰ ਕਹਿ ਲਈਏ ਜੋ ਚਮਕ ਰਿਹਾ ਹੈ, ਉਹਦੀ ਵਿਚਾਰਧਾਰਾ ਨੂੰ ਲੈ ਕੇ ਚਮਕ ਰਿਹਾ ਹੈ। ਪਰ ਬਹੁਤੇ ਲੋਕਾਂ ਦੇ ਵਿੱਚ ਉਹਨਾਂ ਦੀ ਵਿਚਾਰਧਾਰਾ ਬਾਰੇ ਗਿਆਨ ਅਜੇ ਤੱਕ ਵੀ ਪਰਪੱਕ ਨਹੀਂ। ਬਹੁਤੇ ਲੋਕ ਭਗਤ ਸਿੰਘ ਨੂੰ ਇੱਕ ਗੋਲੀਆਂ ਚਲਾਉਣ ਵਾਲਾ ਜਾਂ ਅੰਗਰੇਜ਼ਾਂ ਨੂੰ ਮਾਰਨ ਵਾਲਾ ਹੀ ਸਮਝਦੇ ਨੇ। ਉਹ ਇਹ ਨਹੀਂ ਉਹਨਾਂ ਨੂੰ ਪਤਾ ਕਿ ਭਗਤ ਸਿੰਘ ਇੱਕ ਅਜਿਹਾ ਵਿਦਵਾਨ ਵੀ ਸੀ ਜੋ ਸਾਡੇ ਸਮਾਜ ਦੀ ਅਜਿਹੀ ਸਿਰਜਣਾ ਬਾਰੇ ਕਲਪਨਾ ਕਰਦਾ ਸੀ ਜਿਸ ਵਿੱਚ ਕਿਰਤੀ, ਕਾਮੇ, ਮਜ਼ਦੂਰਾਂ ਤੇ ਕਿਸਾਨਾਂ ਦੀ ਭੁਗਤ ਹੋਵੇ। ਮੰਗਾ ਆਜ਼ਾਦ ਜੀ ਦਾ ਬਹੁਤ ਧੰਨਵਾਦ। ਤੇ ਮੈਂ ਜੀ ਆਇਆਂ ਨੂੰ ਕਰਨਾ ਚਾਹਾਂਗਾ ਸਾਡੇ ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਜੀ ਦਾ, ਜੋ ਕਿ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਨੇ। ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਹਾਂ, ਕੁਝ ਟਾਈਮ
ਲੇਟ ਜ਼ਰੂਰ ਹੋ ਗਏ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਿੱਚ ਅਸੀਂ ਵੀ ਥੋੜੇ ਲੇਟ ਹੋ ਗਏ, ਤਾਂ ਸਾਰਿਆਂ ਤੋਂ ਅਸੀਂ ਹੱਥ ਬੰਨ੍ਹ ਕੇ ਇਸ ਚੀਜ਼ ਦੀ ਮਾਫੀ। ਬਰਾੜ ਜੋ ਕਿ ਐਂਟੀ ਡਰੱਗ ਕਮੇਟੀ ਦਾ ਮੈਂਬਰ ਹੈ, ਜੋ ਸਾਨੂੰ ਆਪਣੀ ਕਮੇਟੀ ਬਾਰੇ ਤੇ ਲੋਕਾਂ ਵਿੱਚ ਜੋ ਨਸ਼ੇ ਨੂੰ ਲੈ ਕੇ ਜੋ ਵੀ ਗੱਲਾਂ ਨੇ, ਅੱਜ ਦੇ ਨੌਜਵਾਨ ਹੈ ਜੋ ਜਿਨ੍ਹਾਂ ਦੇ ਦਿਲ ਦਿਮਾਗ ਇਸ ਤਰ੍ਹਾਂ ਦੇ ਹੋ ਗਏ ਨੇ, ਜੋ ਨਸ਼ੇ ਦੇ ਵਿੱਚ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਏ ਨੇ, ਤੇ ਉਹਨਾਂ ਨੂੰ ਕੱਢਣ ਦੇ ਵਿੱਚ ਇਸ ਕਮੇਟੀ ਨੇ ਕਾਫੀ ਸਿਰਕੱਢ ਨਾਮ ਵੀ ਕਮਾਇਆ। ਆਸੇ ਪਾਸੇ ਦੇ ਪਿੰਡਾਂ ਵਿੱਚ ਇੱਕ ਮਿਸਾਲ ਕਾਇਮ ਕੀਤੀ। ਤਾਂ ਅਸੀਂ ਬੁਲਾਉਣ ਜਾ ਰਹੇ ਹਾਂ ਸਾਡੇ ਪਿੰਡ ਦੇ ਟਫੀ ਬਰਾੜ ਜੀ। ਅੱਜ ਮੇਰੇ ਨਗਰ ਦੇ ਵਿੱਚ ਸ਼ਹੀਦਾਂ ਦੇ ਇਸ ਦਿਹਾੜੇ ਤੇ ਪਹੁੰਚੇ ਬਜ਼ੁਰਗ, ਮਾਤਾਵਾਂ, ਭੈਣਾਂ, ਬੱਚੇ, ਮੇਰੇ ਨੌਜਵਾਨ ਸਾਥੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਮੁੱਖ ਬੁਲਾਰੇ ਰਜਿੰਦਰ ਸਿੰਘ ਜੀ ਦੀਪਵਾਲਾ ਤੇ ਨਾਲ ਉਹਨਾਂ ਦੇ ਸਾਥੀ ਤੇ ਨਾਲ ਮਾਸਟਰ ਗੁਰਦਿਆਲ ਸਿੰਘ ਜੀ, ਉਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਜੀ ਆਇਆਂ ਆਖਦੇ ਤੇ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੇਰੇ ਤੋਂ ਪਹਿਲਾਂ ਬੁਲਾਰੇ ਬੋਲ ਕੇ ਗਏ ਹੈ, ਮੰਗਾ ਜੀ ਬੋਲ ਕੇ ਗਏ ਹੈ। ਬੜੀ ਖੁਸ਼ੀ ਹੁੰਦੀ ਹੈ ਜਦੋਂ ਪਿੰਡ ਦੇ ਨੌਜਵਾਨ, ਮੇਰੇ ਛੋਟੇ ਜਿਹੜੇ ਵੀਰ ਭਰਾ, ਜਦੋਂ ਕੁਝ ਕੁ ਦਿਨ ਪਹਿਲਾਂ ਸਾਡੇ ਕੋਲ ਆਏ, ਉਹਨਾਂ ਨੇ ਦੱਸਿਆ ਵੀ ਅਸੀਂ ਇਹ ਸ਼ਹੀਦਾਂ ਦੇ ਦਿਹਾੜੇ ਤੇ ਸਮਾਗਮ ਕਰਾਉਣਾ ਚਾਹੁੰਦੇ ਹਾਂ ਨੌਜਵਾਨ ਭਾਰਤ ਸਭਾ ਵੱਲੋਂ। ਤਾਂ ਬੜੀ ਖੁਸ਼ੀ ਹੋਈ, ਕਿਉਂਕਿ ਸ਼ੁਰੂ ਤੋਂ ਲੈ ਕੇ ਜਿਹੜਾ ਕੋਟਲੀ ਦੇ ਨੌਜਵਾਨ ਉਹ ਕਿਤੇ ਨਾ ਕਿਤੇ ਜਿਹੜਾ ਸੋਚ ਨੂੰ ਭਗਤ ਸਿੰਘ ਜੀ ਨੂੰ ਨਾਲ ਨਾਲ ਲੈ ਕੇ ਚੱਲਦੇ ਨੇ। ਸੋ ਜਿੰਨਾ ਕੁ ਸਾਨੂੰ ਇਸ ਕਰਕੇ ਅਸੀਂ ਅੱਜ ਇੱਥੇ ਬੈਠੇ ਨੌਜਵਾਨਾਂ ਤੇ ਮਾਣ ਹੈ ਕਿ ਅੱਜ ਉਹ ਸਿਰਫ ਆਪਣੇ ਸ਼ਹੀਦਾਂ ਦਾ ਦਿਨ ਮਨਾਉਣ ਦੇ ਲਈ ਇੱਥੇ ਜਾਂ ਕੋਈ ਵੈਸੇ ਇੱਕ ਫੰਕਸ਼ਨ ਕਰਾਉਣ ਦੇ ਰੂਪ ਵਿੱਚ ਇਕੱਠੇ ਨਹੀਂ ਹੋਏ। ਉਹ ਇੱਕ ਸੋਚ ਨੂੰ ਲੈ ਕੇ ਚੱਲੇ ਆ। ਉਹ ਸੋਚ ਨੂੰ ਕਿਉਂ ਲੈ ਕੇ ਚੱਲੇ ਆ? ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੋਟਲੀ ਅਵਲੂ ਪਿੰਡ ਦੇ ਵਿੱਚ ਆਪਾਂ 2-2.5 ਸਾਲ ਪਹਿਲਾਂ ਇੱਕ ਨਸ਼ਾ ਵਿਰੋਧੀ ਕਮੇਟੀ ਬਣਾਈ ਸੀ। ਜਦੋਂ ਬਣਾਈ ਸੀ ਬੜੀਆਂ ਦੁੱਖ ਤਕਲੀਫਾਂ ਆਈਆਂ, ਪਰ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਸਾਥ ਦਿੰਦੇ ਗਏ। ਮੇਰੇ ਬਜ਼ੁਰਗਾਂ ਨੇ ਸਾਥ ਦਿੱਤਾ, ਮਾਵਾਂ ਭੈਣਾਂ ਸਾਰਿਆਂ ਨੇ ਸਾਥ ਦਿੱਤਾ। ਅਸੀਂ ਕਮੇਟੀ ਬਣਾ ਕੇ ਪੂਰੀ ਪਿੰਡ ਦੇ ਵਿੱਚ ਇੱਕ ਸੱਚੇ ਢੰਗ ਨਾਲ ਨਸ਼ਾ ਜਿਹੜਾ ਖਤਮ ਕਰਨ ਦੇ ਵਿੱਚ ਕਾਮਯਾਬ ਹੋਏ। ਤੇ ਜਿਹੜੇ ਮੇਰੇ ਨੌਜਵਾਨ ਵੀਰ ਸੀ, ਇਹਨਾਂ ਨੇ ਵੀ ਸਾਡਾ ਜਿਹੜਾ ਉਸ ਰਾਹ ਨੂੰ ਵੇਖ ਕੇ ਸਾਡੇ ਨਾਲ ਸਾਡਾ ਸਾਥ ਦਿੱਤਾ। ਤੇ ਤੁਸੀਂ ਉਸ ਤੋਂ ਬਾਅਦ ਦੇਖਿਆ ਹੀ ਆ ਪਿੰਡਾਂ ਦੇ ਵਿੱਚ ਕਿੰਨੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ। ਤੇ ਆਪਣੇ ਪਿੰਡ ਦੇ ਜਿਹੜੇ ਬਜ਼ੁਰਗ, ਜਿਹੜੀਆਂ ਮਾਵਾਂ ਭੈਣਾਂ, ਸਾਰੇ ਕਹਿਣ ਸ਼ੁਰੂ ਕੀਤਾ ਵੀ ਵਾਕਈ ਜਿਹੜੀ ਕਮੇਟੀ ਹੈ ਉਹ ਇਸ ਕਰਕੇ ਬਣੀ ਹੈ ਵੀ ਆਪਣੇ ਪਿੰਡ ਦੇ ਜਿਹੜੇ ਨੌਜਵਾਨ ਆ ਉਹ ਚਿੱਟੇ ਦਲਦਲ ਵਿੱਚ ਨਾ ਫਸਣ। ਤੇ ਉਹਨਾਂ ਨੇ ਵੱਧ ਚੜ੍ਹ ਸਹਿਯੋਗ ਦੇ ਕੇ ਸਾਨੂੰ ਜਿਹੜਾ ਸਾਥ ਦਿੱਤਾ। ਸੋ ਵੀਰੋ, ਅੱਜ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਹੜਾ ਸ਼ਹੀਦੀ ਦਿਵਸ ਆ, ਇਹ ਆਪਾਂ ਫਰਜ਼ੀ ਤੌਰ ਤੇ ਨਹੀਂ ਮਨਾਉਣਾ ਤੇ ਨਾ ਹੀ ਆਪਣੀ ਉਹੋ ਜਿਹੀ ਸੋਚ ਆ। ਅਸੀਂ ਅੱਜ ਵੀ ਉਹੀ ਸੋਚ ਨਾਲ ਖੜੇ ਆ ਤੇ ਅੱਜ ਤੋਂ ਪਹਿਲਾਂ ਵੀ ਜੋ ਸਾਡੇ ਮਾਂ ਪਿਓ ਨੇ ਜਾਂ ਸਾਡੇ ਸਾਥੀਆਂ ਨੇ ਜਿੰਨਾ ਸਾਡਾ ਸਾਥ ਦਿੱਤਾ, ਅਸੀਂ ਆਪਦੇ ਪਿੰਡ ਲਈ, ਅਸੀਂ ਆਪਦੇ ਦੇਸ਼ ਦੇ ਲਈ ਸੰਘਰਸ਼ ਕਰਨ ਵਾਲੇ ਲੋਕ ਆ। ਸੋ ਉਸ ਦਿਨ ਵੀ ਅਸੀਂ ਇਹੀ ਭਗਤ ਸਿੰਘ ਦੀ ਸੋਚ ਨੂੰ, ਰਾਜਗੁਰੂ ਸੁਖਦੇਵ ਦੀ ਸੋਚ ਨੂੰ ਲੈ ਕੇ ਚੱਲੇ ਸੀ ਕਿ ਜੇ ਉਹ 23 ਸਾਲਾਂ ਦੀ ਉਮਰ ਦੇ ਵਿੱਚ ਆਪਦੇ ਦੇਸ਼ ਦੇ ਲਈ ਕੁਰਬਾਨੀਆਂ ਦੇ ਸਕਦੇ ਆ, ਤਾਂ ਕੀ ਅਸੀਂ ਆਪਦੇ ਯਾਰ ਪਿੰਡ ਦੇ ਲਈ, ਆਪਦੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਆਪਦੀਆਂ ਕੁਰਬਾਨੀਆਂ ਨਹੀਂ ਦੇ ਸਕਦੇ? ਸੋਨੂੰ ਸਾਰਿਆਂ ਨੂੰ ਪਤਾ ਉਸ ਜਿਹੜੀ ਆਪਾਂ ਨਸ਼ਾ ਰੋਕੂ ਕਮੇਟੀ ਦੇ ਲਈ ਬੜਾ ਕੁਝ ਸੰਘਰਸ਼ ਹੋਇਆ। ਪਰ ਤੁਸੀਂ ਅੱਜ ਹੱਥ ਖੜਾ ਕਰਕੇ ਕਹਿ ਸਕਦੇ ਆ, ਸਾਰੇ ਮਾਤਾਵਾਂ ਬੈਠੀਆਂ, ਤੁਸੀਂ ਇੱਕ ਵਾਰੀ ਹੱਥ ਖੜਾ ਕਰਕੇ ਕਹੋ ਕਿ ਵਾਕਈ ਆਪਣੇ ਪਿੰਡ ਨੂੰ ਉਹਦਾ ਫਾਇਦਾ ਹੋਇਆ ਸੀ ਕਿ ਨਹੀਂ ਹੋਇਆ ਸੀ। ਸਾਰੇ ਹੱਥ ਖੜੇ ਕਰਕੇ ਕਹੋ, ਮੇਰੇ ਬਜ਼ੁਰਗ ਵੀ ਬੈਠੇ ਆ, ਕਿ ਆਪਣੇ ਬੱਚੇ ਅੱਜ ਜਿਹੜੇ ਇਸ ਜਗ੍ਹਾ ਤੇ ਬੈਠੇ ਆ, ਕਿ ਉਸ ਸਾਡੀ ਕਮੇਟੀ ਨਾਲ ਕੋਈ ਸੇਧ ਮਿਲੀ ਲੋਕਾਂ ਨੂੰ ਕਿ ਨਹੀਂ ਮਿਲੀ? ਮੇਰੇ ਭਰਾ ਵੀ ਜਿਹੜੇ ਨੌਜਵਾਨ ਉਹ ਵੀ ਹੱਥ ਖੜਾ ਕਰਕੇ ਆਉਂਦੇ। ਸੋ ਵੀਰੋ, ਚੰਗੇ ਕੰਮ ਦੇ ਲਈ ਜਦੋਂ ਕੋਈ ਅੱਗਾ ਆਉਂਦਾ ਉਹਦਾ ਸਾਥ ਦੇਣਾ ਬਣਦਾ। ਤੇ ਅੱਜ ਮੈਂ ਬਹੁਤ ਜ਼ਿਆਦਾ ਸਾਡੀ ਕਮੇਟੀ ਵੱਲੋਂ ਸਾਰੇ ਨੌਜਵਾਨਾਂ ਨੂੰ ਵਧਾਈ ਦਿੰਦੇ ਆ ਵੀ ਇਹਨਾਂ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ। ਜਦੋਂ ਇਹ ਸਾਰੇ ਇਕੱਠੇ ਹੋ ਕੇ ਆਏ, ਸਾਡੇ ਕੋਲੇ ਵੀ ਆਏ, ਤਾਂ ਬੜਾ ਚੰਗਾ ਲੱਗਿਆ ਵੀ ਨੌਜਵਾਨਾਂ ਦੀ ਜਿਹੜੀ ਸੋਚ ਆ, ਚਲੋ ਇਸ ਗੱਲੋਂ ਦਾ ਆਪਾਂ ਇੱਕ ਮੰਨਦੇ ਵੀ ਨਸ਼ੇ ਪੱਖੋਂ ਜਾਂ ਹੋਰ ਪਾਸੇ ਨਹੀਂ ਜਾਂਦੀ, ਵੀ ਇੱਕ ਉਸ ਨੌਜਵਾਨ ਸਭਾ ਨਾਲ ਜੁੜਨ ਜਾ ਰਹੇ ਆ ਜਿਨ੍ਹਾਂ ਦੀ ਸੋਚ ਸਾਰੀ ਉਮਰ ਸਮਾਜ ਨੂੰ ਸੁਧਾਰਨ ਤੇ ਲੱਗ ਜਾਂਦੀ ਹੈ, ਜਿਹੜੇ ਆਪਦਾ ਘਰ-ਬਾਰ ਛੱਡ ਕੇ, ਦੁਨੀਆਦਾਰੀ ਨੂੰ ਛੱਡ ਕੇ ਇੱਕ ਲੋਕਾਂ ਨੂੰ ਤੇ ਲੋਕਾਂ ਦੀ ਸੋਚ ਨੂੰ ਬਰਕਰਾਰ ਰੱਖਣ ਲਈ ਆਪਦਾ ਘਰ-ਬਾਰ ਲਾ ਦਿੰਦੇ ਆ। ਉਸ ਨੌਜਵਾਨ ਸਭਾ ਦੇ ਨਾਲ ਜਿਹੜੇ ਮੇਰੇ ਪਿੰਡ ਦੇ ਨੌਜਵਾਨ ਅਸੀਂ ਜੁੜੇ, ਬੜੀ ਖੁਸ਼ੀ ਇਸ ਗੱਲ ਦੀ ਸਾਨੂੰ ਹੋਈ ਹੈ।
ਤੇ ਅੱਜ ਮੈਂ ਇਹੀ ਆਸ ਕਰਦਾ ਕਿ ਅੱਜ ਆਪਾਂ ਇਹਨਾਂ ਯੋਧਿਆਂ ਨੂੰ ਯਾਦ ਕਰਦੇ, ਆਪਾਂ ਛੋਟੇ ਹੁੰਦਿਆਂ ਤੋਂ ਪੜ੍ਹਿਆ ਵੀ ਹੈ ਤੇ ਸੋਚਾਂ ਵੀ ਆਪਦੀਆਂ ਰੱਖੀਆਂ। ਤੇ ਅੱਜ ਮੈਂ ਅੱਜ ਤੋਂ 15-20 ਸਾਲ ਪਹਿਲਾਂ ਜੇ ਪਿੱਛੇ ਜਾਵਾਂ ਤੇ ਅੱਜ ਦੇ ਸੋਚ ਤੇ ਮੈਨੂੰ ਬੜਾ ਮਾਣ ਹੁੰਦਾ, ਕਿਉਂਕਿ ਉਹ ਜਿਹੜਾ 15-20 ਸਾਲ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਕਿੰਨਾ ਅੰਧ ਵਿਸ਼ਵਾਸ ਹੁੰਦਾ ਸੀ, ਲੋਕਾਂ ਨੂੰ ਕਿੱਦਾਂ ਮਗਰ ਲਾਇਆ ਜਾਂਦਾ ਸੀ। ਅਸੀਂ ਪਹਿਲਾਂ ਵੀ 10-12 ਸਾਲ ਪਹਿਲਾਂ ਇੱਕ ਜਿਹੜਾ ਇਹ ਮੇਲਾ ਕਰਵਾਇਆ ਸੀਗਾ, ਉਦੋਂ ਗਦਰੀ ਬਾਬਿਆਂ ਦਾ, ਸ਼ਾਇਦ ਤੁਹਾਨੂੰ ਯਾਦ ਹੋਊਗਾ, ਕਿਉਂਕਿ ਸਮੇਂ-ਸਮੇਂ ਨਾਲ ਕਰਾਉਣ ਦਾ ਮਕਸਦ ਇਹ ਹੁੰਦਾ ਵੀ ਆਪਣੇ ਲੋਕ ਆ ਜਿਹੜੇ ਇਹੋ ਜਿਹੀਆਂ ਜਿਹੜੀਆਂ ਨਸ਼ੇ ਵਰਗੀਆਂ ਜਾਂ ਹੋਰ ਅੰਧ ਵਿਸ਼ਵਾਸ ਜਿਹੜੀਆਂ ਨਾਮਾਰ ਬਿਮਾਰੀਆਂ ਇਹਨਾਂ ਤੋਂ ਦੂਰ ਹੋ ਕੇ ਇੱਕ ਚੰਗੀ ਸਿਹਤ ਲੈ ਕੇ ਨੌਜਵਾਨ ਬੱਚੇ ਆ ਜਾਂ ਮੇਰੀਆਂ ਭੈਣਾਂ ਇਹ ਚੰਗੇ ਰਾਹ ਤੇ ਤੁਰਨ। ਇਸ ਕਰਕੇ ਅਸੀਂ ਜਿਹੜਾ ਕੋਈ ਵੀ ਜਾਂ ਉਹ ਨਸ਼ਾ ਵਿਰੋਧੀ ਕਮੇਟੀ ਬਣਾਈ ਹੋਵੇ ਜਾਂ ਨੌਜਵਾਨ ਸਭਾ ਬਣਾਈ ਹੋਵੇ, ਇਹ ਕਿਸੇ ਰਾਜਨੀਤੀ ਪਾਰਟੀ ਨੂੰ ਲੈ ਕੇ ਨਹੀਂ ਬਣਾਈ ਜਾਂਦੀ, ਇਹ ਪਿੰਡ ਦੇ ਜਿਹੜੇ ਸਮਾਜਿਕ ਕੰਮ ਹੁੰਦੇ ਆ ਉਹਨਾਂ ਨੂੰ ਲੈ ਕੇ ਬਣਾਈ ਜਾਂਦੀ ਹੈ। ਸੋ ਜਿਵੇਂ ਤੁਸੀਂ ਸਾਡਾ ਸਾਰੇ ਪਿੰਡ ਨੇ ਉਸ ਕਮੇਟੀ ਦਾ ਸਾਥ ਦਿੱਤਾ, ਉਵੇਂ ਤੁਸੀਂ ਇਸ ਜਿਹੜੀ ਨੌਜਵਾਨ ਸਭਾ ਦਾ ਭਾਰਤ ਸਭਾ ਦਾ ਸਾਥ ਦਿਓ ਤੇ ਜਿਹੜੇ ਆਪਣੇ ਇਹ ਨੌਜਵਾਨ ਮੁੰਡੇ ਆ ਚੰਗੇ ਕੰਮ ਲਈ ਇਹਨਾਂ ਨੂੰ ਉਤਸ਼ਾਹ ਮਿਲੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਕੰਮ ਲਈ ਅੱਗੇ ਆਉਣ। ਤੋਂ ਅਸੀਂ ਆਸ ਕਰਦੇ ਹਾਂ ਵੀ ਜਿਵੇਂ ਸਾਡੀ ਕਮੇਟੀ ਪਹਿਲਾਂ ਚੱਲਦੀ ਸੀ ਵੀਰੋ, ਉਵੇਂ ਹੀ ਚੱਲਦੀ ਆ। ਮੇਰੀਆਂ ਮਾਵਾਂ ਬੈਠੀਆਂ, ਭੈਣਾਂ ਬੈਠੀਆਂ, ਬਜ਼ੁਰਗ ਬੈਠੇ ਆ। ਜੇ ਤੁਹਾਨੂੰ ਕੋਈ ਤੁਹਾਡਾ ਬੱਚਾ ਲੱਗਦਾ ਵੀ ਅੱਜ ਦੇ ਟਾਈਮ ਦੇ ਵਿੱਚ ਉਹ ਦੁਬਾਰਾ ਕਿਸੇ ਨਸ਼ੇ ਦੇ ਜਾਂ ਉਹਦੇ ਨਾਲ ਕੋਈ ਮੇਲ ਮਿਲਾਪ ਕਰਦਾ, ਕੋਈ ਨਸ਼ਾ ਵੇਚਣ ਵਾਲਾ ਕਰਦਾ, ਚਿੱਟੇ ਵਾਲਾ ਕਰਦਾ, ਸਾਡਾ ਉਵੇਂ ਅਸੀਂ ਕਮੇਟੀ ਚੱਲਦੀ ਆ, ਪਰ ਅਸੀਂ ਉਹਦੀਆਂ ਥੋੜਾ ਜਿਹਾ ਉਹ 'ਚ ਸੁਧਾਰ ਕੀਤਾ, ਕੁਝ ਕਿੱਦਾਂ ਚਲਾਉਣੀ ਹੈ, ਕੁਝ ਪ੍ਰਸ਼ਾਸਨ ਨੇ ਸਾਨੂੰ ਗੱਲਾਂ ਦੱਸੀਆਂ। ਸੋ ਉਹੀ ਆਸ ਕਰਦੇ ਵੀ ਹਜੇ ਵੀ ਕੋਈ ਤੁਹਾਨੂੰ ਲੱਗਦਾ ਤਾਂ ਸਾਡੇ ਕੋਲੇ ਆ ਕੇ ਤੁਸੀਂ ਸਾਨੂੰ ਦੱਸ ਸਕਦੇ ਹੋ। ਮੇਰੇ ਵੱਡੇ ਜਿਹੜੇ ਬਜ਼ੁਰਗ ਵੀ ਬੈਠੇ ਆ, ਭਰਾ ਵੀ ਬੈਠੇ ਆ, ਕਿਉਂਕਿ ਆਪਾਂ ਬਿਲਕੁਲ ਇਹ ਜਿਹੜਾ ਨਸ਼ਾ ਚਿੱਟਾ ਖਤਮ ਕਰ ਲਿਆ ਸੀ ਤੇ ਅੱਜ ਇਸ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ, ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਅੱਜ ਮੈਂ ਵਾਕਈ ਸਾਰੀ ਮੇਰੀ ਟੀਮ ਨੂੰ ਤੇ ਮੇਰੇ ਸਾਰੇ ਪਿੰਡ ਨੂੰ ਤੇ ਸਾਰੀਆਂ ਮਾਵਾਂ ਭੈਣਾਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਆਪਣੇ ਜਿਹੜੇ ਨੌਜਵਾਨ ਆ ਕਮ ਸੇ ਕਮ ਇੱਕ ਚੰਗੀ ਜਿਹੜੀ ਸੋਚ ਨੂੰ ਲੈ ਕੇ ਅੱਗੇ ਹੋ ਕੇ ਚੱਲਿਆ, ਤਾਂ ਜੋ ਆਪਣਾ ਪਿੰਡ ਇੱਕ ਬਹੁਤ ਵਧੀਆ ਤਰੱਕੀ ਰਾਹ ਤੇ ਅੱਜ ਤੁਸੀਂ ਵੇਖਿਆ ਜਿਹੜੇ ਨੌਜਵਾਨ ਬੈਠੇ ਆ ਤਾਂ ਹੀ ਬੈਠੇ ਆ ਜੇ ਕਿ ਇਹਨਾਂ ਨੂੰ ਕੋਈ ਚੰਗੀ ਸੇਧ ਮਿਲੂਗੀ। ਸੋ ਸਮਾਂ ਦੀ ਬਹੁਤ ਕਮੀ ਹੈ, ਇਹੀ ਮੈਂ ਬਸ ਇੰਨੀਆਂ ਗੱਲਾਂ ਕਹਿਣੀਆਂ ਸੀ ਤੇ ਦੁਬਾਰਾ ਫੇਰ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਜਿੰਨੀ ਮੇਰੀ ਟੀਮ ਆਈ ਹੈ, ਐਂਟੀਡੋਟ ਟੀਮ ਆਈ ਹੈ, ਸਾਡਾ ਇੱਕ ਹੀ ਬੁਲਾਰਾ ਬੋਲਦਾ ਹੈ, ਅਸੀਂ ਕੋਈ ਉਹਦਾ ਪ੍ਰਧਾਨ ਨਹੀਂ। ਤੁਸੀਂ ਦੇਖਿਆ ਹੋਊਗਾ ਜਿਹੜੀਆਂ ਲੜਾਈਆਂ ਇਹ ਪ੍ਰਧਾਨਗੀ ਪਿੱਛੇ ਇਹ ਅਹੁਦਿਆਂ ਪਿੱਛੇ ਪੈਂਦੀਆਂ। ਇਹੀ ਮੇਰੇ ਵੀਰ ਜਿਹੜੇ ਕਮੇਟੀ ਬਣਾਈ ਹੈ ਉਹਨਾਂ ਨੂੰ ਵੀ ਮੈਂ ਥੋੜੀ ਬੇਨਤੀ ਕਰੂੰਗਾ ਕਿ ਮਨ ਦੇ ਵਿੱਚ ਜਦੋਂ ਆਪਾਂ ਇਸ ਗੱਲ ਦੀ ਆਸ ਨਾ ਰਹਿ ਕੇ ਚੱਲੀਏ ਵੀ ਆਪਾਂ ਅਹੁਦਿਆਂ ਤੋਂ ਪਾਸੇ ਰਹਿ ਕੇ ਆਪਾਂ ਜਿਹੜਾ ਆਪਦਾ ਸਮਾਜ ਨੂੰ ਸੁਧਾਰਨ ਲਈ ਕੰਮ ਕਰਨੇ ਆ ਤਾਂ ਆਪਾਂ ਵਧੀਆ ਜਿਹੜਾ ਕੰਮ ਕਰਕੇ ਅੱਗੇ ਨੂੰ ਲੈ ਕੇ ਜਾ ਸਕਦੇ ਹਾਂ। ਸੋ ਜਿਵੇਂ ਅਸੀਂ ਨਸ਼ਾ ਰੋਕੂ ਕਮੇਟੀ ਬਣਾਈ ਸੀ ਉਵੇਂ ਇਹ ਮੇਰੇ ਵੀਰ ਵਧੀਆ ਤਰੀਕੇ ਨਾਲ ਕੰਮ ਕਰਨਗੇ, ਪਿੰਡ ਦੇ ਵਿੱਚ ਸਮਾਜਿਕ ਸੁਧਾਰ ਦੇ ਕੰਮ ਲਈ ਅੱਗੇ ਆਉਣਗੇ। ਸੋ ਮੇਰੇ ਛੋਟੇ ਵੀ ਵੱਡੇ ਜਿੰਨੇ ਵੀਰਾਂ ਨੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਤੇ ਆਓ ਅੱਜ ਆਪਾਂ ਇੱਕ ਨਾਰਾ ਲਾਵਾਂਗੇ, ਨਾਲੇ ਸਾਰਿਆਂ ਨੇ ਨਾਲ ਸਾਥ ਦੇਣਾ। ਭਗਤ ਸਿੰਘ ਤੇਰੀ ਸੋਚ ਤੇ, ਭਗਤ ਸਿੰਘ ਤੇਰੀ ਸੋਚ ਤੇ। ਸੋ ਵਾਹਿਗੁਰੂ ਜੀ ਕੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਟਵੀ ਬਰਾੜ ਕੋਟਲੀ ਐਂਟੀ ਡਰੱਗ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੇ ਇਸ ਤੋਂ ਅੱਗੇ ਅਸੀਂ ਸੱਦਾ ਦੇਣਾ ਚਾਹਾਂਗੇ ਸਾਡੇ ਜਸਵਿੰਦਰ ਸਿੰਘ ਝਵੇਲ ਵਾਲੀ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ, ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਜਸਵਿੰਦਰ ਝਵੇਲ ਵਾਲੀ। बहुत ही सत्कारयोग भरावो, भैनों, प्यारे बच्चों, सब तो पहला आप फतेह बुलाइए। वाहिगुरू जी का खालसा, वाहिगुरू जी की फतेह। सब तो पहला तो मैं तुहानू इस गल की बधाई दिना सारे नगर निवासियों नूं ते जिहड़ी इत्थे इकाई बनी है नौजवान भारत सभा की कि बहुत ਵਧੀਆ ਉਪਰਾਲਾ ਕੀਤਾ। ਸਮੇਂ ਦੀ ਲੋੜ ਹੈ, ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਉਹ ਸਾਨੂੰ ਪਿੰਡਾਂ ਦੇ ਵਿੱਚ ਕਰਾਉਣੇ ਚਾਹੀਦੇ ਆ। ਕਾਰਨ ਕੀ ਹੈ ਕਿ ਅਸੀਂ ਸਾਰੇ ਗੱਲ ਤਾਂ ਕਰਦੇ ਆ, ਤੁਸੀਂ ਹਰ ਰੋਜ਼ ਸੁਣਦੇ ਹੋ ਕਿ ਭਗਤ ਸਿੰਘ ਦਾ ਅੱਜ ਸਰਕਾਰ ਵੱਲੋਂ ਵੀ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ। ਬੜੀਆਂ ਗੱਲਾਂ ਇਨਕਲਾਬ ਜ਼ਿੰਦਾਬਾਦ ਦੀਆਂ ਹੁੰਦੀਆਂ, ਪਰ ਅਸਲੀਅਤ ਇਹ ਆ
ਸੱਚਾਈ ਇਹ ਆ ਕਿ ਭਗਤ ਸਿੰਘ ਕੌਣ ਸੀ ਜਾਂ ਕੀ ਚਾਹੁੰਦਾ ਸੀ, ਉਹਦੀ ਵਿਚਾਰਧਾਰਾ ਕੀ ਸੀ। ਭਗਤ ਸਿੰਘ ਕਿਹੋ ਜਿਹੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦਾ ਸੀ, ਇਹਦੇ ਬਾਰੇ ਸਾਨੂੰ ਬਿਲਕੁਲ ਵੀ ਨਹੀਂ ਦੱਸਿਆ ਗਿਆ। ਆ ਸਾਡੇ ਬੱਚੇ ਬੈਠੇ ਆ, ਪਿਆਰੇ ਵਿਦਿਆਰਥੀਓ, ਤੁਸੀਂ ਪੜ੍ਹਦੇ ਆ ਸਕੂਲਾਂ ਦੇ ਵਿੱਚ, ਦੱਸੋ ਤੁਹਾਨੂੰ ਕਿੰਨਾ ਕੁ ਭਗਤ ਸਿੰਘ ਬਾਰੇ ਪਤਾ? ਦੋ ਤਿੰਨ ਗੱਲਾਂ ਤੋਂ ਬਿਨਾਂ ਕਿ ਭਗਤ ਸਿੰਘ ਸੀ ਇੱਕ ਨੌਜਵਾਨ ਸੀ ਤੇ ਉਹਨੇ ਅਸੈਂਬਲੀ ਦੇ ਵਿੱਚ ਸੁੱਟਿਆ ਸੀ ਬੰਬ ਤੇ ਉਸ ਤੋਂ ਬਾਅਦ ਉਹਨੂੰ ਫਾਂਸੀ ਦਿੱਤੀ ਗਈ। ਬਸ ਇਹ ਦੋ ਤਿੰਨ ਗੱਲਾਂ ਤੋਂ ਇਲਾਵਾ ਕਿਸੇ ਨੂੰ ਕੱਖ ਨਹੀਂ ਪਤਾ। ਇੱਥੋਂ ਤੱਕ ਕਿ ਕੱਲ ਇੱਥੋਂ ਦੀ ਜਿਹੜੀ ਵਿਧਾਨ ਸਭਾ ਉਹਦੇ ਵਿੱਚ ਇੱਕ ਐਮਐਲਏ ਤੋਂ ਪੁੱਛਿਆ ਗਿਆ ਜਨਮ ਕਦੋਂ ਹੋਇਆ ਸੀ ਭਗਤ ਸਿੰਘ ਦਾ, ਤੇ ਉਹਨੂੰ ਇਹ ਵੀ ਨਹੀਂ ਪਤਾ ਸੀ। ਚਲੋ ਇਹ ਵੱਖਰੀ ਗੱਲ ਆ, ਪਰ ਸਾਰੀਆਂ ਸਰਕਾਰਾਂ, ਇਹ ਬਾਈ ਧਿਆਨ ਨਾਲ ਸੁਣੋ ਵੀਰੋ, ਕਿ ਇੱਥੋਂ ਦੇ ਹਾਕਮ ਜਿਹੜੇ ਸਾਡੇ ਤੇ ਰਾਜ ਕਰਦੇ ਆ, ਉਹ ਸੱਚੀਓ ਇਹ ਚਾਹੁੰਦੇ ਆ। ਹੁਣ ਵੀ ਤੁਹਾਨੂੰ ਭਗਤ ਸਿੰਘ ਦਾ ਨਹੀਂ ਪਤਾ ਲੱਗਣਾ, ਉਹਦੀ ਵਿਚਾਰਧਾਰਾ ਦਾ ਨਹੀਂ ਪਤਾ ਲੱਗਣਾ। ਉਹ ਇਹ ਚਾਹੁੰਦੇ ਆ ਕਿ ਇੱਥੋਂ ਦੇ ਲੋਕਾਂ ਨੂੰ, ਇੱਥੋਂ ਦੇ ਬੱਚਿਆਂ ਨੂੰ ਜਿਹੜੇ ਸਕੂਲਾਂ 'ਚ ਪੜ੍ਹਦੇ ਆ, ਉਹਨਾਂ ਨੂੰ ਭਗਤ ਸਿੰਘ ਬਾਰੇ ਨਾ ਪਤਾ ਲੱਗੇ ਕਿ ਭਗਤ ਸਿੰਘ ਕਿਹੋ ਜਿਹਾ ਸਮਾਜ ਬਣਾਉਣਾ ਚਾਹੁੰਦਾ ਸੀ। ਕਿਉਂਕਿ ਜੇਕਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ, ਜੇਕਰ ਸਾਡੇ ਬੱਚਿਆਂ ਨੂੰ ਇਹ ਪੜ੍ਹਾਇਆ ਜਾਂਦਾ ਹੈ, ਤਾਂ ਫਿਰ ਜਿਹੜੇ ਲੁਟੇਰੇ ਸਾਡੇ ਤੇ ਰਾਜ ਕਰਦੇ ਨੇ, ਉਹ ਰਾਜ ਨਹੀਂ ਕਰ ਸਕਣਗੇ। ਤੁਸੀਂ ਦੇਖੋ, ਮੈਂ ਇੱਕ ਟੀਚਰ ਰਿਹਾ, ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਆ। ਇੱਕ ਮਹਾਤਮਾ ਗਾਂਧੀ, ਉਹਦੇ ਬਾਰੇ ਪਹਿਲੀ ਤੋਂ ਲੱਗ ਜਾਂਦੇ ਆ ਤੇ ਸਾਰੀਆਂ ਕਲਾਸਾਂ ਦੇ ਵਿੱਚ ਪੜ੍ਹਾਇਆ ਜਾਂਦਾ ਮਹਾਤਮਾ ਗਾਂਧੀ ਬਾਰੇ, ਉਹਦੀ ਜੀਵਨੀ ਕੀ ਸੀ, ਹੋਰ ਸਾਰਾ ਕੁਝ, ਉਹਦੀ ਕੀ ਫਿਲਾਸਫੀ ਸੀ। ਲੇਕਿਨ ਭਗਤ ਸਿੰਘ ਬਾਰੇ ਨਹੀਂ। ਫਰਕ ਕੀ ਹੈ ਕਿ ਮਹਾਤਮਾ ਗਾਂਧੀ ਬਾਰੇ ਜੇ ਪੜ੍ਹੋ, ਭੁਲੇਖੇ 'ਚ ਨਾ ਰਹੋ ਕਿ ਕੋਈ ਆਜ਼ਾਦੀ ਲਿਆਂਦੀ ਹੈ। ਪਹਿਲੀ ਗੱਲ ਤਾਂ ਆਜ਼ਾਦੀ ਹੈ ਹੀ ਨਹੀਂ ਹੈ। ਅਸਲੀ ਆਜ਼ਾਦੀ ਭਗਤ ਸਿੰਘ ਦੇ ਵਿਚਾਰਾਂ ਮੁਤਾਬਕ ਅਜੇ ਆਉਣੀ ਬਾਕੀ ਹੈ। ਤਾਂ ਮਹਾਤਮਾ ਗਾਂਧੀ ਤੇ ਭਗਤ ਸਿੰਘ ਦੇ ਵਿਚਾਰਾਂ ਦਾ ਕੀ ਫਰਕ ਸੀ? ਮਹਾਤਮਾ ਗਾਂਧੀ ਇਹ ਚਾਹੁੰਦਾ ਹੀ ਨਹੀਂ ਸੀ ਹੈ ਕਿ ਦੇਸ਼ ਆਜ਼ਾਦ ਹੋਵੇ, ਇੱਥੇ ਮੰਗਾ ਆਜ਼ਾਦ ਵੀ ਜਿਵੇਂ ਦੱਸ ਕੇ ਗਿਆ। ਉਹ ਸਿਰਫ ਤੇ ਸਿਰਫ ਪੂੰਜੀਪਤੀ ਜਿਹੜੇ ਸੀ, ਉਹਨਾਂ ਨੂੰ ਕੁਝ ਰਾਇਤਾਂ ਦਿਵਾਉਣੀਆਂ ਚਾਹੁੰਦਾ ਸੀ। ਔਰ ਜਦੋਂ ਭਗਤ ਸਿੰਘ ਇਹ ਕਹਿੰਦਾ ਸੀ ਵੀ ਇਹ ਅਸਲੀ ਰਾਜ ਉਦੋਂ ਆਊਗਾ, ਇਹ ਭਾਈ ਧਿਆਨ ਨਾਲ ਸੁਣ ਲਿਓ, ਭਗਤ ਸਿੰਘ ਕਹਿੰਦਾ ਸੀ ਕਿ ਅਸਲੀ ਰਾਜ ਉਦੋਂ ਆਉਣਾ ਆ ਕਿ ਜਦੋਂ ਮਜ਼ਦੂਰ ਤੇ ਕਿਸਾਨ ਜਿਹੜੇ ਨੇ ਉਹ ਇਕੱਠੇ ਹੋ ਕੇ ਉਹ ਲੜਾਈ ਲੜਨਗੇ, ਤਾਂ ਉਹ ਸਮਾਜ ਆ ਸਕਦਾ ਹੈ। ਪਰ ਜਿਹੜਾ ਮਹਾਤਮਾ ਗਾਂਧੀ ਸੀ, ਉਹ ਇਹ ਚਾਹੁੰਦਾ ਸੀ, ਉਹਨੇ ਕਿਹਾ, ਬਦਰੌਲੀ ਦੇ ਵਿੱਚ ਕਿਸਾਨ ਅੰਦੋਲਨ ਚੱਲਿਆ, ਅਹਿਮਦਾਬਾਦ ਦੇ ਵਿੱਚ ਮਜ਼ਦੂਰਾਂ ਦਾ ਅੰਦੋਲਨ ਚੱਲਿਆ, ਤਾਂ ਉਹਨੇ ਗੱਲ ਕਹੀ ਕਿ ਕਿਸਾਨ ਜਾਂ ਮਜ਼ਦੂਰ ਇਹਨਾਂ ਦੇ ਨੇੜੇ ਨਹੀਂ ਲੱਗਣਾ ਚਾਹੀਦਾ, ਇਹਨਾਂ ਨਾਲ ਸਾਡਾ ਕੋਈ ਸਾਂਝ ਨਹੀਂ ਹੈ। ਉਸ ਢੰਗ ਨਾਲ ਗੱਲ ਕੀਤੀ। ਇਹ ਪੜ੍ਹ ਕੇ ਦੇਖ ਲਿਓ ਤੁਸੀਂ ਕਿ ਜੇ ਮਜ਼ਦੂਰ ਤੇ ਕਿਸਾਨ ਲੜਨਗੇ ਤਾਂ ਫਿਰ ਜਿਹੜਾ ਕੁਝ ਅਸੀਂ ਚਾਹੁੰਦੇ ਆ ਇਹ ਉਦੋਂ ਅੱਗੇ ਜਾਣਗੇ। ਇਸ ਕਰਕੇ ਉਹਦਾ ਪੂਰਾ ਜ਼ੋਰ ਇਸ ਗੱਲ ਤੇ ਲੱਗਿਆ ਸੀ ਕਿ ਮਜ਼ਦੂਰ ਕਿਸਾਨ ਇਕੱਠੇ ਹੋ ਕੇ ਜਿਹੜਾ ਉਹ ਏਦਾਂ ਦੀ ਲੜਾਈ ਨਾਲ ਲੜਨ ਜਿਵੇਂ 1917 ਦੇ ਵਿੱਚ ਰੂਸ ਦੇ ਵਿੱਚ ਲੜੀ ਸੀ, ਉੱਥੇ ਇਨਕਲਾਬ ਆਇਆ ਸੀਗਾ। ਇਸ ਕਰਕੇ ਉਹਨੇ ਕਦੇ ਪੂਰਨ ਆਜ਼ਾਦੀ ਦੀ ਗੱਲ ਨਹੀਂ ਕੀਤੀ। ਭਗਤ ਸਿੰਘ ਸੀ ਪਹਿਲਾ ਬੰਦਾ ਜਿਹਨੇ ਕਿਹਾ ਸੀ ਕਿ ਪੂਰਨ ਆਜ਼ਾਦੀ ਮਿਲਣੀ ਚਾਹੀਦੀ ਹੈ। ਤਾਂ ਮਿਲੂ ਕਦੋਂ, ਕਿਵੇਂ ਮਿਲੂ? ਜਦੋਂ ਸਾਡੇ ਇਹ ਕਿਸਾਨ ਲੋਕ ਜਿਹੜੇ ਨੇ, ਉਹਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਸਾਨੂੰ ਉਹੋ ਜਿਹੇ ਲੋਕ ਨਹੀਂ ਚਾਹੀਦੇ ਜਿਹੜੇ ਇਕੱਲੇ ਭਾਸ਼ਣ ਚਾੜਨ, ਸਾਨੂੰ ਉਹ ਲੋਕ ਚਾਹੀਦੇ ਆ ਜਿਹੜੇ ਪਿੰਡਾਂ ਦੇ ਵਿੱਚ ਜਾਣ, ਕਾਰਖਾਨਿਆਂ ਦੇ ਵਿੱਚ ਜਾਣ, ਕਿਸਾਨਾਂ ਕੋਲੇ ਜਾਣ, ਮਜ਼ਦੂਰਾਂ ਕੋਲੇ ਜਾਣ, ਉਹਨਾਂ ਨੂੰ ਇਕੱਠੇ ਕਰਨ, ਉਹਨਾਂ ਨੂੰ ਸਮਝਾਉਣ, ਔਰ ਜਦੋਂ ਇਕੱਠੇ ਹੋਣਗੇ ਲੜਾਈ ਲੜਨਗੇ ਫਿਰ ਉਹ ਰਾਜ ਆਊਗਾ। ਇਸ ਕਰਕੇ ਸਾਨੂੰ ਭਗਤ ਸਿੰਘ ਦੇ ਵਿਚਾਰਾਂ ਬਾਰੇ ਨਹੀਂ ਦੱਸਿਆ ਜਾਂਦਾ ਭਰਾਵੋ। ਮੈਂ ਦੋ ਚਾਰ ਗੱਲਾਂ ਤੁਹਾਨੂੰ ਭਗਤ ਸਿੰਘ ਦੀ ਜੀਵਨੀ ਬਾਰੇ ਵੀ ਜ਼ਰੂਰ ਗੱਲ ਕਰਨੀ ਚਾਹੁੰਦਾ, ਕਿਉਂਕਿ ਸਾਡੇ ਬੱਚਿਆਂ ਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ। ਹੁਣ ਤੁਸੀਂ ਦੇਖੋ,
ਮੰਗਾ ਜਾਤ ਦੱਸ ਕੇ ਗਿਆ ਕਿ ਜਿਹੜੇ ਬੱਚੇ ਜੇ ਭਗਤ ਸਿੰਘ ਦੇ ਵਿਚਾਰ ਬਣੇ ਕ੍ਰਾਂਤੀਕਾਰੀ ਤਾਂ ਘਰ ਦਾ ਮਾਹੌਲ ਇਦਾਂ ਦਾ ਸੀ। ਹੁਣ ਤੁਸੀਂ ਦੇਖੋ ਉਸ ਮਾਹੌਲ ਕਰਕੇ 2.5 ਸਾਲਾਂ ਦਾ ਬਾਈ ਬੱਚਾ ਕਿੱਦਾਂ ਖੁੰਦਾ, ਤੁਸੀਂ ਦੇਖੋ 2.5 ਸਾਲਾਂ ਦਾ ਸੀ ਭਗਤ ਸਿੰਘ। ਜਦੋਂ ਖੇਤਾਂ ਦੇ ਵਿੱਚ ਗਿਆ ਤੇ ਆਪਦੇ ਪਿਓ ਨੂੰ ਪੁੱਛਦਾ ਕਿਸ਼ਨ ਸਿੰਘ ਨੂੰ ਕਿ ਇੱਥੇ ਕੀ ਕੀਤਾ ਜਾਂਦਾ ਹੈ। ਉਹ ਕਹਿੰਦਾ ਕਿ ਇੱਥੇ ਬੀਜ ਬੀਜੇ ਜਾਂਦੇ ਆ, ਫਿਰ ਫਸਲ ਉੱਗਦੀ ਆ। ਤਾਂ ਉਹ ਕਹਿੰਦਾ ਕਿ ਦਬੂਖਾਂ ਕਿਉਂ ਨਹੀਂ ਬੀਜੀਆਂ ਜਾਂਦੀਆਂ, ਜਿਹੜੀ ਬਦੂਖ ਨੂੰ ਬਦੂਖਣੀ ਕਹਿੰਦਾ ਸੀ। ਤੀਲੇ ਲਾ ਰਿਆ ਸੀ ਖੇਤ ਦੇ ਵਿੱਚ ਤੇ ਉਹਦਾ ਪਿਓ ਇਹ ਪੁੱਛਦਾ ਕਿ ਤੂੰ ਕੀ ਕਰ ਰਿਹਾ, ਕਹਿੰਦਾ ਮੈਂ ਦਬੂਖਾਂ ਬੀਜ ਰਿਹਾ। 2.5 ਸਾਲ ਦਾ ਬੱਚਾ, ਸੋਚ ਕੇ ਦੇਖੋ ਜਦੋਂ ਭਗਤ ਸਿੰਘ ਦੀ ਉਮਰ 12 ਸਾਲ ਦੀ ਸੀ। ਪਿਆਰੇ ਬੱਚੋ, ਆ 12 ਸਾਲ ਦੇ ਬੱਚੇ ਕਾਫੀ ਬੈਠੇ ਹੋਣੇ। 8 ਸਾਲ 8ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਭਗਤ ਸਿੰਘ। 8ਵੀਂ ਕਲਾਸ ਦੇ ਵਿੱਚ ਕਿੱਥੇ ਪੜ੍ਹਦਾ ਸੀ? DAV ਸਕੂਲ ਲਾਹੌਰ ਦੇ ਵਿੱਚ। ਹੁਣ ਤੁਸੀਂ ਦੇਖੋ 8ਵੀਂ ਕਲਾਸ ਦਾ ਬੱਚਾ ਜਿਹਦੀ ਉਮਰ 12 ਸਾਲਾਂ ਦੀ ਹੋਵੇ ਤੇ ਉਦੋਂ 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਵਾਪਰੀ ਸੀ, ਜਦੋਂ ਜਨਰਲ ਡਾਇਰ ਨੇ ਨਾਥੇ ਲੋਕਾਂ ਨੂੰ ਸ਼ਹੀਦ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ। ਹੁਣ ਸੋਚ ਕੇ ਦੇਖੋ ਭਰਾਵੋ ਕਿ 12 ਸਾਲਾਂ ਦਾ ਬੱਚਾ ਉਸ ਦਿਨ ਸਕੂਲ ਨਹੀਂ ਜਾਂਦਾ। ਉਹ ਸਕੂਲ ਨਹੀਂ ਗਿਆ, ਉਹ ਸਿੱਧਾ ਕਿੱਥੇ ਗਿਆ? ਉਸ ਬਾਗ ਦੇ ਵਿੱਚ ਗਿਆ, ਜਲਿਆਂਵਾਲੇ ਬਾਗ ਦੇ ਵਿੱਚ ਗਿਆ। ਜਲਿਆਂਵਾਲੇ ਬਾਗ ਦੇ ਵਿੱਚ ਜਾ ਕੇ ਉਹ ਜਿਹੜੀ ਖੂਨ ਨਾਲ ਲੱਥਪੱਥ ਮਿੱਟੀ ਹੋਈ ਸੀ ਉਹ ਚੁੱਕੀ ਔਰ ਉਹਨੂੰ ਬੋਤਲ ਦੇ ਵਿੱਚ ਬੰਦ ਕੀਤਾ। ਉਹ ਲੈ ਕੇ ਔਰ ਕਸਮ ਖਾਧੀ ਕਿ ਮੈਂ ਇਹ ਅੰਗਰੇਜ਼ਾਂ ਦੇ ਖਿਲਾਫ ਜੰਗ ਲੜਾਂਗਾ। ਤੁਸੀਂ ਦੇਖੋ 12 ਸਾਲਾਂ ਦਾ ਬੱਚਾ ਕਿੰਨਾ ਖੁੰਦਾ, ਦੇਖੋ। ਔਰ 14 ਸਾਲਾਂ ਦੀ ਉਮਰ ਦੇ ਵਿੱਚ ਸੀ ਜਦੋਂ ਮਹਾਤਮਾ ਗਾਂਧੀ ਨੇ ਇੱਕ ਨਾ ਮਿਲਵਰਤਨ ਲਹਿਰ ਚਲਾਈ। ਤਾਂ ਉਸ ਸਮੇਂ ਭਗਤ ਸਿੰਘ ਨੇ 9ਵੀਂ ਕਲਾਸ ਪੜ੍ਹਦਾ ਸੀ। 9ਵੀਂ ਕਲਾਸ ਦੇ ਵਿੱਚ ਜਦੋਂ ਸਕੂਲ ਹੀ ਛੱਡ ਦਿੱਤਾ ਉਹਨੇ। ਤੁਸੀਂ ਦੇਖੋ 9ਵੀਂ ਕਲਾਸ ਦਾ ਬੱਚਾ ਭਰਾਵੋ ਸਕੂਲੋਂ ਹਟ ਗਿਆ, ਉੱਥੇ ਸ਼ਾਮਲ ਹੋ ਗਿਆ ਲਹਿਰ ਦੇ ਵਿੱਚ ਕਿ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਹੈ। ਪਰ ਜਦੋਂ ਮਹਾਤਮਾ ਗਾਂਧੀ ਨੇ ਲਹਿਰ ਨੂੰ ਵਾਪਸ ਲੈ ਲਿਆ, ਅੰਦੋਲਨ ਵਾਪਸ ਲੈ ਲਿਆ, ਤਾਂ ਉਹਨੂੰ ਬਹੁਤ ਵੱਡੀ ਨਿਰਾਸ਼ਾ ਹੋਈ, ਨਿਰਾਸ਼ਾ। ਔਰ ਘਰੇ ਬੈਠ ਗਿਆ। ਤਾਂ ਤੁਸੀਂ ਦੇਖੋ ਕਿ ਭਗਤ ਸਿੰਘ ਨੇ 10ਵੀਂ ਪਾਸ ਨਹੀਂ ਕੀਤੀ ਸੀ। ਲਾਲਾ ਲਾਜਪਤ ਰਾਏ ਨੇ ਇੱਕ ਕਾਲਜ ਖੋਲ੍ਹਿਆ ਸੀ, ਨੈਸ਼ਨਲ ਕਾਲਜ ਲਾਹੌਰ। ਤਾਂ ਸਿੱਧਾ ਕਾਲਜ ਦੇ ਵਿੱਚ ਜਦੋਂ ਉੱਥੇ ਗਿਆ ਭਗਤ ਸਿੰਘ, ਤਾਂ ਲਾਲਾ ਲਾਜਪਤ ਰਾਏ ਨੇ ਕਿਹਾ ਕਿ ਜੇਕਰ ਤੁਸੀਂ ਟੈਸਟ ਦੇ ਦਿਓਗੇ, ਦੇਖੋ 10ਵੀਂ ਜੋ ਬੱਚਾ ਪਾਸ ਹੋ ਗਈ 11ਵੀਂ ਚ ਜਾਂਦਾ ਨਾ, 10ਵੀਂ ਪਾਸ ਨਹੀਂ ਕੀਤੀ ਬੱਚੇ ਨੇ, ਭਗਤ ਸਿੰਘ ਨੇ। ਔਰ ਸਿੱਧਾ ਉਹਨਾਂ ਨੇ ਕਿਹਾ ਵੀ ਇੱਕ ਟੈਸਟ ਦੇ, ਜੇਕਰ ਤੂੰ ਪਾਸ ਹੋ ਗਿਆ ਤੈਨੂੰ ਕਾਲਜ ਦੇ ਵਿੱਚ ਲੈ ਲਾਂਗੇ। 3 ਮਹੀਨੇ ਮਿਹਨਤ ਕਰਕੇ ਟੈਸਟ ਦਿੰਦਾ ਔਰ ਚੰਗੇ ਨੰਬਰ ਲੈਂਦਾ ਔਰ ਸਿੱਧਾ ਕਾਲਜ ਦੇ ਵਿੱਚ ਐਡਮਿਸ਼ਨ ਮਿਲਦੀ ਹੈ। ਔਰ ਉਸ ਕਾਲਜ ਦੇ ਵਿੱਚ ਉਹੋ ਜਿਹੇ ਪ੍ਰੋਫੈਸਰ ਮਿਲਦੇ ਨੇ ਇਨਕਲਾਬੀ ਵਿਚਾਰਾਂ ਵਾਲੇ, ਉਹੋ ਜਿਹੀਆਂ ਗੱਲਾਂ ਬਾਤਾਂ, ਉਹੋ ਜਿਹਾ ਮਾਹੌਲ ਮਿਲਦਾ ਹੈ ਜਿੱਥੋਂ ਫਿਰ ਜਿਵੇਂ ਇੱਥੇ ਸਾਥੀ ਮੰਗਾ ਜਾਤ ਨੇ ਕਿਹਾ ਸੀ ਕਿ ਉੱਥੇ ਉਹਨੇ ਫਿਰ ਦੁਨੀਆ ਦਾ ਇਤਿਹਾਸ ਪੜ੍ਹਿਆ। ਉਹਦਾ ਲਾਇਬ੍ਰੇਰੀਅਨ ਸੀ ਇੱਕ ਰਾਜਾ ਰਾਮ ਸ਼ਾਸਤਰੀ। ਉਹ ਲਿਖਦਾ ਹੈ ਕਿ ਭਗਤ ਸਿੰਘ ਇੰਨਾ ਪੜ੍ਹਦਾ ਸੀ ਕਿ ਉਹ ਪੜ੍ਹਦਾ ਨਹੀਂ ਸੀ ਹੈ, ਉਹ ਕਿਤਾਬਾਂ ਨੂੰ ਖਾਂਦਾ ਸੀ, ਵਿਗੜਦਾ ਸੀ। ਇੰਨੀ ਜ਼ਿਆਦਾ ਉਸ ਨੇ ਭਗਤ ਸਿੰਘ ਨੇ ਉੱਥੇ ਉਹ ਪੜ੍ਹਾਈ ਕੀਤੀ, ਦੁਨੀਆ ਭਰ ਦਾ ਇਤਿਹਾਸ ਇਨਕਲਾਬੀ ਲਹਿਰਾਂ ਬਾਰੇ ਉੱਥੇ ਪੜ੍ਹਿਆ ਕਾਲਜ ਦੇ ਵਿੱਚ। ਉਹ ਭਰਾਵਾ ਸੋਚ ਕੇ ਤਾਂ ਦੇਖੋ ਕਿ ਕਿੰਨੀ ਉਮਰ ਸੀ। ਆ ਜਿਹੜੀ ਅੱਜ ਨੌਜਵਾਨ ਭਾਰਤ ਸਭਾ ਇੱਥੇ ਬਣਾਈ ਹੈ, ਜਿਹਦੇ ਜਿਹੜੇ ਅੱਜ ਪ੍ਰੋਗਰਾਮ ਕਰਾ ਰਿਹਾ ਸਾਡੇ ਸਾਥੀ, ਅੱਜ ਤੋਂ 96 ਸਾਲ ਪਹਿਲਾਂ ਇਹ ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਬਣਾਈ ਸੀ। 96 ਸਾਲ ਪਹਿਲਾਂ। ਤੇ ਭਗਤ ਸਿੰਘ ਦੀ ਉਮਰ ਕਿੰਨੀ ਸੀ ਉਦੋਂ? ਸਿਰਫ 19 ਸਾਲ ਦੀ ਉਮਰ ਸੀ। ਔਰ ਤੁਸੀਂ ਦੇਖੋ 19 ਸਾਲ ਦੇ ਬੱਚੇ ਨੇ, ਬੱਚਾ ਹੀ ਹੈ 19 ਸਾਲ ਦੀ ਉਮਰ ਕਿੰਨੀ ਹੁੰਦੀ ਹੈ, ਕਿੰਨਾ ਕੁਝ ਸੋਚਿਆ, ਇੱਕ ਲਹਿਰ ਖੜੀ ਕੀਤੀ। ਔਰ ਜਦੋਂ ਇੱਥੋਂ ਤੱਕ ਤੁਸੀਂ ਦੇਖੋ ਕਿ ਜਦੋਂ ਭਗਤ ਸਿੰਘ ਜੇਲ੍ਹ ਦੇ ਵਿੱਚ ਸੀ, ਜੇਲ੍ਹ ਦੇ ਵਿੱਚ ਉਹ ਪੜ੍ਹ ਰਿਹਾ ਸੀ ਜੀਵਨੀ ਲੈ ਲੈਣ ਦੀ ਮਰਨ ਤੋਂ ਪਹਿਲਾਂ। ਹੁਣ ਜੇ ਆਪਾਂ ਨੂੰ ਇਹ ਪਤਾ ਹੋਵੇ ਕਿ ਮੇਰੀ ਮੌਤ ਹੋ ਜਾਣੀ ਹੈ, ਤੁਸੀਂ ਦੱਸੋ ਜੇ ਕਿਸੇ ਨੂੰ ਇਹ ਪਤਾ ਲੱਗੇ ਕਿ ਮੈਂ ਘੰਟੇ ਨੂੰ, 2 ਘੰਟਿਆਂ ਨੂੰ ਜਾਂ 2-4 ਦਿਨਾਂ ਨੂੰ ਮਰ ਜਾਣਾ, ਉਹਦਾ ਕੀ ਹਾਲ ਹੋਊਗਾ। ਤੇ ਉਸ ਬੰਦੇ ਭਗਤ ਸਿੰਘ ਨੇ ਉਸ ਸਮੇਂ ਵੀ ਜਿਹੜਾ ਹੈਗਾ
ਉਹ ਮਰਨ ਤੋਂ ਕੁਝ ਮਿੰਟ ਪਹਿਲਾਂ, ਕੁਝ ਘੰਟੇ ਪਹਿਲਾਂ ਵੀ ਉਹ ਪੜ ਰਿਹਾ ਸੀ। ਬੱਚਿਓ, ਸਾਨੂੰ ਸਿੱਖਣਾ ਚਾਹੀਦਾ। ਪੜ ਰਿਹਾ ਸੀ ਤਾਂ ਜਦੋਂ ਜੇਲਰ ਨੇ ਆ ਕੇ ਪੁੱਛਿਆ, ਬਖਸ਼ਿਆ ਤੇਰਾ ਟਾਈਮ ਹੋ ਗਿਆ, ਚੱਲ ਤੈਨੂੰ ਫਾਹੇ ਲਾਉਣਾ, ਤੈਨੂੰ ਫਾਂਸੀ ਲਾਉਣੀ ਆ, ਤਾਂ ਭਗਤ ਸਿੰਘ ਨੇ ਕਿਹਾ ਕਿ ਮੈਂ ਪੜ ਰਿਹਾ ਇੱਕ ਇਨਕਲਾਬੀ ਨੂੰ ਮਿਲ ਰਿਹਾ, ਕਿਉਂਕਿ ਲੈਨਨ ਦੀ ਜੀਵਨੀ ਪੜ ਰਿਹਾ ਸੀ, ਜਿਹਨੇ ਮਜ਼ਦੂਰਾਂ ਕਿਸਾਨਾਂ ਦਾ ਰਾਜ ਲੈ ਕੇ ਆਂਦਾ ਸੀ ਰਸ਼ੀਆ ਦੇ ਵਿੱਚ। ਕਹਿੰਦਾ ਮੈਂ ਉਹਦੀ ਜੀਵਨੀ ਪੜ ਰਿਹਾ, ਮੈਨੂੰ ਥੋੜਾ ਟਾਈਮ ਦੇ ਦਿਓ। ਔਰ ਦੂਸਰੀ ਵਾਰ ਜੇਲਰ ਜਦੋਂ ਆਉਂਦਾ ਕਿ ਬਖਸ਼ਿਆ ਤੇਰਾ ਟਾਈਮ ਹੋ ਗਿਆ, ਚੱਲ, ਤਾਂ ਉਹ ਕਿਤਾਬ ਪੜਦਾ ਪੰਨਾ ਉੱਥੇ ਜਿਹੜਾ ਹੈਗਾ ਮਰੋੜ ਦਿੰਦਾ ਹੈ, ਉਹਨੂੰ ਮੋੜ ਦਿੰਦਾ ਪੰਨੇ ਨੂੰ। ਦੇਖੋ, ਜਦੋਂ ਆਪਾਂ ਕਿਤਾਬ ਪੜ੍ਹਦੇ ਹਾਂ, ਜੇ ਆਪਾਂ ਬਾਅਦ ਪੜ੍ਹਨੀ ਹੋਵੇ ਤੇ ਆਪਾਂ ਨੂੰ ਪਤਾ ਹੁੰਦਾ ਕਿ ਇੱਥੋਂ ਤੱਕ ਪੜ੍ਹੀ ਹੈ। ਉਹਨੇ ਜਦੋਂ ਪੰਨਾ ਮੋੜਿਆ ਤਾਂ ਜੇਲਰ ਉਹਨੂੰ ਪੁੱਛਣ ਲੱਗਿਆ ਕਿ ਬਖਸ਼ਿਆ ਪੰਨਾ ਤੂੰ ਕਿੱਦਾਂ ਮੋੜਦਾ? ਪੰਨਾ ਤੂੰ ਮੋੜਦਾ ਪਰ ਇਹ ਕਿਤਾਬ ਤਾਂ ਪੜ੍ਹਨੀ ਨਹੀਂ। ਪੰਨਾ ਤਾਂ ਉਹ ਲੋਕ ਮੋੜਦੇ ਨੇ, ਕਿਤਾਬ ਦਾ ਪੜ੍ਹਦੇ ਕਿ ਜਿਨ੍ਹਾਂ ਨੇ ਬਾਅਦ ਦੇ ਵਿੱਚ ਇਹਨੂੰ ਪੜ੍ਹਨਾ ਹੋ। ਤੇ ਭਰਾਵਾ, ਤੂੰ ਤੇ ਮਰ ਜਾਣਾ ਆ। ਤੇ ਭਗਤ ਸਿੰਘ ਕਹਿੰਦਾ ਮੈਨੂੰ ਪਤਾ, ਮੈਂ ਜਾਣਦਾ ਆ ਕਿ ਮੈਂ ਕਿਤਾਬ ਨਹੀਂ ਪੜ੍ਹਨੀ, ਪਰ ਮੈਂ ਜਿਹੜਾ ਪੰਨਾ ਇਸ ਕਰਕੇ ਮੋੜ ਕੇ ਗਿਆ ਕਿ ਮੇਰੇ ਦੇਸ਼ ਦੇ ਜਿਹੜੇ ਨੌਜਵਾਨ ਆ ਉਹ ਇਹ ਤੋਂ ਅੱਗੇ ਪੜ੍ਹਨ, ਉਹ ਨੌਜਵਾਨਾਂ ਨੂੰ ਪਤਾ ਲੱਗੇ ਕਿ ਭਗਤ ਸਿੰਘ ਕੀ ਚਾਹੁੰਦਾ ਸੀ, ਕੀ ਪੜ੍ਹਦਾ ਸੀ, ਕੀ ਉਹਦੇ ਵਿਚਾਰ ਸੀ। ਇਹ ਤੋਂ ਅੱਗੇ ਜਿਹੜੀ ਸ਼ੁਰੂਆਤ ਆ, ਇਹ ਜੰਗ ਮੁੱਕੀ ਨਹੀਂ ਹੈ, ਇਹ ਤੋਂ ਅੱਗੇ ਸ਼ੁਰੂਆਤ ਮੇਰੇ ਦੇਸ਼ ਦੇ ਜਿਹੜੇ ਨੌਜਵਾਨ ਉਹ ਕਰਨ। ਇਸ ਲਈ ਮੈਂ ਦੱਸ ਕੇ ਗਿਆ ਕਿ ਇਹ ਗਾਂ ਇਤਿਹਾਸ ਨੂੰ ਤੁਸੀਂ ਅੱਗੇ ਤੋਰਨਾ ਆ। ਤੇ ਭਰਾਵੋ, ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਸ ਜਥੇਬੰਦੀ ਦੇ ਵਿੱਚ ਜਿਹੜੀ ਇਨਕਲਾਬੀ ਵਿਚਾਰਧਾਰਾ ਦੀ ਜਥੇਬੰਦੀ, ਜਿਹੜੀ ਸਮਾਜ ਨੂੰ ਬਦਲਣਾ ਚਾਹੁੰਦੀ ਆ, ਜਿਹੜੀ ਇਸ ਤਰ੍ਹਾਂ ਦਾ ਸਮਾਜ ਸਿਰਜਣਾ ਚਾਹੁੰਦੀ ਆ ਕਿ ਜਿੱਥੇ ਕੋਈ ਗਰੀਬ ਨਾ ਹੋਵੇ, ਜਿੱਥੇ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲੇ, ਸਾਰੇ ਲੋਕ ਖੁਸ਼ਹਾਲ ਹੋਣ, ਕੋਈ ਭੁੱਖਾ ਨਾ ਮਰੇ। ਏਦਾਂ ਨਾ ਹੋਵੇ ਕਿ ਇੱਕ ਪਾਸੇ ਜਿਵੇਂ ਇੱਥੇ ਗੱਲ ਕੀਤੀ ਆ ਮਾਨੀ ਨਾਨੀ ਵਰਗਿਆਂ ਦੀ, ਜਿਹਦੀ ਇੱਕ ਦਿਨ ਦੀ ਆਮਦਨ 9,500 ਕਰੋੜ ਰੁਪਇਆ। ਸੋਚ ਕੇ ਦੇਖੋ ਭਰਾਵੋ, ਸੋਚ ਕੇ ਦੇਖੋ, 9,500 ਕਰੋੜ ਰੁਪਇਆ ਇੱਕ ਦਿਨ ਦੀ ਆਮਦਨ। ਤੇ ਇੱਕ ਪਾਸੇ ਸਾਡੇ ਦੇਸ਼ ਦੇ ਵਿੱਚ ਅੱਜ ਦਾ ਅਖਬਾਰ ਪੜ੍ਹ ਲਓ, ਕੱਲ੍ਹ ਦਾ ਪੜ੍ਹ ਲਓ, ਪਰਸੋਂ ਦਾ ਪੜ੍ਹ ਲਓ, ਜਦੋਂ ਦੇ ਮਰਜ਼ੀ ਅਖਬਾਰ ਪੜ੍ਹ ਲਓ, ਖਬਰਾਂ ਸੁਣ ਲਓ ਕਿ ਹਰ ਰੋਜ਼ ਸਾਡੇ ਕਿਸਾਨ ਮਜ਼ਦੂਰ ਜਿਹੜੇ ਆ ਖੁਦਕੁਸ਼ੀਆਂ ਕਰ ਰਹੇ ਆ। ਇਸ ਤਰ੍ਹਾਂ ਦਾ ਸਮਾਜ ਨਹੀਂ ਚਾਹੁੰਦਾ ਸੀ। ਤੇ ਭੁਲੇਖੇ ਦੇ ਵਿੱਚ ਵੀ ਨਾ ਰਹੋ ਕਿ ਸਮਾਜ ਦੇ ਵਿੱਚ ਤਬਦੀਲੀ ਆ ਜੂਗੀ। ਹੁਣ ਕੁਛ ਇੱਥੇ ਸਾਡੇ ਸਾਥੀ ਨੇ ਗੱਲ ਕੀਤੀ ਆ, ਭਗਤ ਸਿੰਘ ਨੇ ਗੱਲ ਕੀਤੀ ਸੀ ਕਿ ਗੱਲ ਕਰਨੀ ਚਾਹੀਦੀ ਆ ਤਰਕ ਦੇ ਨਾਲ। ਤੁਸੀਂ ਦੇਖ ਲਓ 1931 ਦੇ ਵਿੱਚ ਮਰਨ ਤੋਂ ਪਹਿਲਾਂ ਭਗਤ ਸਿੰਘ ਦੇਖ ਕੇ ਗਿਆ ਕਿ ਅੱਜ ਤੋਂ 15 ਸਾਲਾਂ ਬਾਅਦ ਇੱਥੋਂ ਦੀ ਜਿਹੜੀ ਕਾਂਗਰਸ ਹੈ, ਇਹ ਗਾਂਧੀ ਵਰਗੇ, ਨਹਿਰੂ ਵਰਗੇ ਇੱਕ ਸਮਝੌਤਾ ਕਰਨਗੇ। ਔਰ ਆਜ਼ਾਦੀ ਨਾ ਸਮਝਿਓ, ਸਮਝੌਤਾ ਇਹ ਹੋਊਗਾ ਸਿਰਫ ਚਮੜੀ ਦਾ ਰੰਗ ਬਦਲਣਾ ਆ। ਕਾਲੇ ਅੰਗਰੇਜ਼ ਆ ਜਾਣੇ ਆ, ਗੋਰੇ ਚਲੇ ਜਾਣੇ ਆ, ਲੇਕਿਨ ਲੋਕਾਂ ਨੂੰ ਉਦੋਂ ਵੱਧ ਲੁੱਟਣੇ ਆ। ਤੁਹਾਡਾ ਫਾਇਦਾ ਨਹੀਂ ਹੋਣਾ, ਉਦੋਂ ਵੱਧ ਲੁਟੇਰੇ ਇੱਥੇ ਰਾਜ ਕਰਨਗੇ ਆ ਕੇ। ਇਸ ਭੁਲੇਖੇ 'ਚ ਨਾ ਰਹੋ। ਉਹ ਕਹਿੰਦਾ ਮੈਨੂੰ ਉਦੋਂ ਤੁਸੀਂ ਯਾਦ ਕਰੋਗੇ, ਲਿਖਤਾਂ ਦੇ ਵਿੱਚ ਲਿਖਿਆ ਸੀ। ਤਾਂ ਤੁਸੀਂ ਸੋਚ ਕੇ ਦੇਖੋ, ਅੱਜ ਸਾਡੇ ਸਾਥੀਆਂ ਨੇ ਤੁਹਾਡੇ ਨਾਲ ਗੱਲ ਕਰਨੀ ਆ ਤਰਕ ਦੇ ਆਧਾਰ ਤੇ। ਭਗਤ ਸਿੰਘ ਕਿਹੜਾ ਜੋਤਸ਼ੀ ਸੀ? ਕਿਉਂ ਕਹਿ ਗਿਆ 15 ਸਾਲ ਪਹਿਲਾਂ ਕਿ ਇਹੋ ਜਿਹੇ ਲਟੇਰੇ ਆਉਣਗੇ, ਇਹੋ ਜਿਹੇ ਸਮਝੌਤੇ ਹੋਣਗੇ, ਆਜ਼ਾਦੀ ਨਹੀਂ ਮਿਲਣੀ? ਇਸ ਕਰਕੇ ਕਹਿ ਗਿਆ ਸੀ ਕਿ ਉਹਨੇ ਸਮਾਜ ਨੂੰ ਵਿਗਿਆਨਕ ਢੰਗ ਨਾਲ ਪੜ੍ਹਿਆ, ਦੇਖਿਆ ਕਿ ਕੀ ਕੁਝ ਚੱਲ ਰਿਹਾ ਸਾਡੇ ਸਮਾਜ ਦੇ ਵਿੱਚ। ਉਹ ਵਿਚਾਰਾਂ ਕਰਕੇ ਸਿੱਟੇ ਕੱਢ ਕੇ ਦੱਸ ਕੇ ਗਿਆ। ਤੇ ਅੱਜ ਜਿਹੜੀ ਭਗਤ ਸਿੰਘ ਨੇ ਗੱਲ ਕਹੀ ਸੀ, ਉਹ ਅੱਖਰ ਸਹੀ ਸਾਬਤ ਹੋ ਰਹੀ ਆ। ਭਰਾਵੋ, ਗੱਲਾਂ ਬਹੁਤ ਕਰਨ ਵਾਲੀਆਂ ਸਾਡੇ ਮੁੱਖ ਬੁਲਾਰੇ ਇੱਥੇ ਬੈਠੇ ਨੇ, ਤੁਹਾਡੇ ਨਾਲ ਵਿਚਾਰ ਚਰਚਾ ਕਰਨਗੇ। ਆਖਰੀ ਗੱਲ, ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਤਾਂ 2 ਨਾਅਰੇ ਬੁਲੰਦ ਕੀਤੇ ਸੀ, ਇਨਕਲਾਬ ਜ਼ਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ। ਇਨਕਲਾਬ ਜ਼ਿੰਦਾਬਾਦ ਤੇ ਉਸ ਤੋਂ ਬਾਅਦ ਕਿਹਾ ਸਾਮਰਾਜ ਮੁਰਦਾਬਾਦ। ਤੇ ਅੱਜ ਸਾਡੀਆਂ ਦੁੱਖ ਤਕਲੀਫਾਂ ਦਾ ਦੇਖੋ, ਇੱਥੋਂ ਦੇ ਲੋਕ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਂਦੇ ਆ, ਪਰ ਉਹ ਭਗਤ ਸਿੰਘ ਵਾਲਾ ਨਹੀਂ।
ਲੇਕਿਨ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਕਦੇ ਕਿਸੇ ਤੋਂ ਸੁਣਿਆ ਨਹੀਂ ਹੈ। ਔਰ ਜਦੋਂ ਤੱਕ ਇਹ ਨਾਰਾ ਲੱਗਦਾ ਨਹੀਂ, ਅਸਲ ਦੇ ਵਿੱਚ ਲਾਗੂ ਨਹੀਂ ਹੁੰਦਾ, ਅਸੀਂ ਸਾਮਰਾਜਵਾਦ ਦੇ ਖਿਲਾਫ ਲੜਦੇ ਨਹੀਂ। ਉਹ ਕੀ ਹੈ ਸਾਮਰਾਜਵਾਦ, ਕੀ ਹੈ, ਇਹ ਥੋੜਾ ਜਿਹਾ ਦੱਸਣਾ ਪਊ ਡਿਟੇਲ ਨਾਲ, ਸਾਡੇ ਸਾਥੀ ਤੁਹਾਨੂੰ ਦੱਸਣਗੇ। ਤਾਂ ਉਹਨਾਂ ਚਿਰ ਸਾਡੀਆਂ ਦੁੱਖਾਂ ਤਕਲੀਫਾਂ ਦੇ ਹੱਲ ਨਹੀਂ ਹੋਣੇ, ਪਰ ਇੱਥੋਂ ਦੇ ਹਾਕਮ ਕਦੇ ਆਪਦੇ ਮੂੰਹ ਇਹ ਗੱਲ ਨਹੀਂ ਕਹਿਣਗੇ ਕਿ ਸਾਮਰਾਜਵਾਦ ਮੁਰਦਾਬਾਦ। ਜੋ ਸਾਮਰਾਜਵਾਦ ਹੈ ਕਿੱਦਾਂ ਸਾਡੀ ਲੁੱਟ ਕਰ ਰਿਹਾ ਹੈ, ਕਿੱਦਾਂ ਸਾਡੀ ਰੋਟੀ ਖੋ ਰਿਹਾ, ਸਾਡਾ ਪਾਣੀਆਂ ਤੇ ਕਬਜ਼ਾ ਕਰ ਰਿਹਾ ਹੈ, ਇਹ ਆਉਣ ਵਾਲੀਆਂ ਗੱਲਾਂ ਸਾਡੇ ਸਾਥੀ ਤੁਹਾਡੇ ਨਾਲ ਵਿਚਾਰਾ ਕਰਨਗੇ। ਇਹ ਤੋਂ ਅੱਗੇ ਉਹ ਤੁਹਾਨੂੰ ਦੱਸਣਗੇ। ਇੰਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਿੰਦਰ ਸਿੰਘ ਝਵੇਲ ਵਾਲੀ, ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ। ਤੇ ਅਗਲਾ ਜਿਹੜਾ ਆਪਣਾ ਇੱਕ ਗੀਤ ਪੇਸ਼ ਕਰ ਰਿਹਾ ਹੈ ਪਟਿਆਲੇ ਤੋਂ, ਜੋ ਨਾਟਕ ਮੰਡਲੀ ਹੈ, ਉਹਨਾਂ ਦੇ ਪ੍ਰਧਾਨ ਸਤਪਾਲ ਬੰਗਾ ਜੀ, ਜਿਹੜੇ ਸਾਡੇ ਸਾਹਮਣੇ ਇੱਕ ਇਨਕਲਾਬੀ ਗੀਤ ਪੇਸ਼ ਕਰਨਗੇ। ਤੇ ਉਸ ਤੋਂ ਬਾਅਦ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਰਜਿੰਦਰ ਸਿੰਘ ਜੀ ਤਿਆਰ ਰਹਿਣ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਵਿਚਾਰ ਹੋਵੇਗਾ। ਤੇ ਉਸ ਤੋਂ ਅੱਗੇ ਆਪਣਾ ਜਿਹੜਾ ਪ੍ਰੋਗਰਾਮ ਹੈ, ਜਿਹੜਾ ਨਾਟਕ ਖੇਡਿਆ ਜਾਣਾ ਹੈ ਪੀਪਲਜ਼ ਆਰਟ ਪਟਿਆਲਾ ਵੱਲੋਂ, ਉਹ ਖੇਡਿਆ ਜਾਵੇਗਾ। ਤੇ ਹੁਣ ਸਤਪਾਲ ਬੰਗਾ ਜੀ।